ਕਾਰਨ ਕੀ ਹੁੰਦਾ ਹੈ ਕਿ ਕੋਈ ਪ੍ਰੋਜੈਕਟ ਹੈ ਉਸਦੇ ਸਾਹਮਣੇ ਜੇ ਦਰਖਤ ਲੱਗੇ ਨੇ ਉਹ ਤਾਂ ਵਧੀਆ ਬਲਕਿ ਗ੍ਰੀਨਰੀ ਦਿਖਦੀ ਹੈ, ਲੋਕ ਉਹਨੂੰ ਪਸੰਦ ਕਰਦੇ ਨੇ, ਪਰ ਫਿਰ ਕਿਉਂ ਕੱਟੇ ਜਾਂਦੇ ਨੇ? ਲੇਕਿਨ ਇਹਨਾਂ ਦਾ ਵਿਜ਼ਨ ਹੋ ਰਿਹਾ ਹੈ। ਇਹਨਾਂ ਦਾ ਵਿਜ਼ਨ ਇਹ ਹੈ ਕਿ ਜਦੋਂ ਸੜਕ ਤੋਂ ਬੰਦਾ ਟੱਪ ਰਿਹਾ ਹੈ ਉਹਨੂੰ ਸਾਡਾ ਜਿਹੜਾ ਪ੍ਰੋਜੈਕਟ ਉਹ ਦਿਖੇ। ਅੱਛਾ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜਿਵੇਂ ਕਿ ਸੁਕਾ ਦਿੱਤਾ ਜਾਂਦਾ ਹੈ, ਇਹ ਫਿਰ ਕਿਹੜੇ ਐਸਿਡ ਕੋਈ ਯੂਜ਼ ਕਰਦੇ ਆ, ਕਿਸ ਤਰ੍ਹਾਂ ਸੁਕਾਇਆ ਕਿਵੇਂ ਜਾਂਦਾ? ਗਾਰਡ ਲਾ ਲਓ, ਬਲਾਕ ਅਫਸਰ ਲਾ ਲਓ, ਰੇਂਜ ਅਫਸਰ ਲਾ ਲਓ, ਇਹੀ ਸਾਰੇ ਇੱਕ ਗੈਂਗ ਬਣਿਆ ਹੋਇਆ ਇਹਨਾਂ ਦਾ, ਬਿਲਡਰਾਂ ਨਾਲ ਮਿਲ ਕੇ ਕਰ ਲੈਂਦੇ ਨੇ। ਜਿੱਦਣ ਵੀ ਹਵਾ ਆਵੇ, ਹਵਾ ਆ ਗਈ ਜਾਂ ਹਨੇਰੀ ਆ ਗਈ ਜਾਂ ਮੀਂਹ ਪੈ ਗਿਆ, ਉਸ ਦਿਨ ਟਰਾਲੀ ਲਾ ਗਿਆ ਕਿਸੇ ਚੀਜ਼ ਰਾਤੋਂ ਰਾਤ ਉਹਨੂੰ ਸੜ ਦਿੰਦੇ ਨੇ। ਤੁਸੀਂ ਵੱਡੇ ਇਲਜ਼ਾਮ ਉਹਨਾਂ ਅਧਿਕਾਰੀਆਂ ਤੇ ਲਾ ਰਹੇ ਹੋ ਜੋ ਪ੍ਰਸ਼ਾਸਨ ਨੇ ਲੱਖਾਂ ਦੀਆਂ ਤਨਖਾਹਾਂ ਦੇ ਕੇ ਜਿਨ੍ਹਾਂ ਨੂੰ ਰੱਖਦੇ ਨੇ ਪੇੜਾਂ ਦੀ ਸਾਂਭ ਨੂੰ। ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਕਿ ਇਹ ਕਿਵੇਂ ਕੱਟੇ ਗਏ ਨੇ, ਕਿੰਨੇ ਦਿਨ ਪਹਿਲਾਂ ਕੱਟੇ ਗਏ ਨੇ, ਔਰ ਇਹ ਜੇਕਰ ਸੁਕਾਏ ਗਏ ਨੇ ਕਿਸ ਢੰਗ ਨਾਲ ਸੁਕਾਏ ਗਏ ਨੇ। ਕਿ ਮੰਤਰੀ ਬੜੇ ਗੰਦੇ ਨੇ, ਜਿਹੜੇ ਲੀਡਰ ਨੇ ਉਹ ਇੰਨੇ ਗੰਦੇ ਨੇ, ਇੰਨੇ ਗਿਰ ਚੁੱਕੇ ਨੇ ਕਿ ਉਹਨਾਂ ਨੂੰ ਸਿਰਫ ਕਿਉਂਕਿ ਇਹਨਾਂ ਦੀ ਪਹੁੰਚ, ਬਿਲਡਰਾਂ ਦੀ ਪਹੁੰਚ ਉਹਨਾਂ ਤੱਕ ਬਹੁਤ ਵਧੀਆ ਹੁੰਦੀ ਹੈ, ਔਰ ਉਹ ਉਸ ਕਰਕੇ ਉਹ ਤੋਂ ਫੋਨ ਕਰਾਉਂਦੇ ਨੇ। ਅਫਸਰ ਦੀ ਕੋਈ ਔਕਾਤ ਨਹੀਂ, ਅਗਰ ਅਫਸਰ ਕੋਈ ਕਾਰਵਾਈ ਕਰਨਾ ਚਾਹਵੇ ਉਸ ਟਾਈਮ ਉਹਦੀ ਟ੍ਰਾਂਸਫਰ ਕਰ ਦਿੰਦੇ ਨੇ। ਉਹ ਫਿਰ ਇੱਕ ਵਾਰੀ ਜਦੋਂ ਲਾ ਕੇ ਉਹਦੇ ਉੱਤੇ ਮਿੱਟੀ ਮੁੱਟੀ ਪਾ ਦਿੰਦੇ ਆ ਜੀ, ਮਿੱਟੀ ਲਾ ਕੇ ਵੀ ਦਿਸੇ ਨਾ ਕਿਸੇ ਨੂੰ, ਤੇ ਉਹ ਫਿਰ ਉਹ ਟੁੱਟ ਜਾਂਦੇ। ਦਿਖਦੇ ਰਾਤੋਂ ਰਾਤ ਕੰਮ ਹੋ ਜਾਂਦਾ। ਅਫਸਰ ਨੂੰ ਪਤਾ ਹੁੰਦਾ ਕੋਈ ਵੀ ਅਫਸਰ ਦੇ ਬਿਨਾਂ ਨਹੀਂ ਕੁਝ ਹੋ ਸਕਦਾ। ਬਿਲਡਰਾਂ ਨੇ ਪੈਸਾ ਦਿੱਤਾ ਇਹਨਾਂ ਨੂੰ ਚੁੱਪ ਕਰਾਉਣ ਵਾਸਤੇ, ਜਿਹਨੇ ਪੈਸਾ ਖਾ ਲਿਆ ਉਹਨੂੰ ਹੁੰਦਾ ਮੈਂ ਚੁੱਪ ਹੁਣ ਕਿਵੇਂ ਕਰਾਂ, ਵੀ ਇਹਨੂੰ ਕਿਵੇਂ ਦਬਾਈਏ ਸੌਦੇ ਨੂੰ। ਜੇ ਇਹਨਾਂ ਨੇ ਪੈਸਾ ਨਹੀਂ ਖਾਧਾ, ਵੱਡੇ ਅਫਸਰਾਂ ਨੇ ਖਾ ਲਿਆ, ਵੱਡਿਆਂ ਨੇ ਨਹੀਂ ਖਾਧਾ ਤਾਂ ਮੰਤਰੀਆਂ ਨੇ ਫੋਨ ਕਰਤੇ ਇਹਨਾਂ ਨੂੰ ਵੀ ਛੇੜਨਾ ਨਹੀਂ ਤੁਸੀਂ ਇਹਨਾਂ ਨੂੰ, ਕਿਉਂਕਿ ਬਿਲਡਰਾਂ ਦੀ ਸਾਂਠ ਗਾਂਠ ਸਿੱਧੀ ਮੰਤਰੀਆਂ ਨਾਲ। ਇਹਨਾਂ ਦਾ ਆਪਦਾ ਕੋਡ ਕਾਨੂੰਨ ਹੈ, ਉਹਦੇ ਅੰਦਰ ਅਗਰ ਇਹਨਾਂ ਦੇ ਐਫਏ ਦਰਜ ਹੁੰਦੀ ਹੈ ਤਾਂ ਨੋਨ ਬੇਲੇਬਲ ਹੈ, ਨੋਨ ਬੇਲੇਬਲ ਵਾਰੰਟ ਹੋਣਗੇ, ਨੋਨ ਬੇਲੇਬਲ ਉਹਨਾਂ ਨੂੰ ਕੋਈ ਬੇਲ ਨਹੀਂ ਮਿਲ ਸਕਦੀ। ਪਰਿਆਵਰਨ ਨੂੰ ਸਾਂਭ ਕੇ ਰੱਖਣ ਦੀ ਗੱਲ ਅੱਜ ਪ੍ਰਤੇਕ ਵਿਅਕਤੀ ਕਰਦਾ ਹੈ, ਪਰ ਸਵਾਲ ਉਦੋਂ ਬੜੇ ਖੜੇ ਹੋ ਜਾਂਦੇ ਨੇ ਕਿ ਵਾਕਈ ਅਸੀਂ ਪਰਿਆਵਰਨ ਦੀ ਗੱਲਾਂ ਹੀ ਕਰਦੇ ਹਾਂ ਜਾਂ ਫਿਰ ਉਸ ਨੂੰ ਸਾਂਭ ਕੇ ਰੱਖਣ ਦੇ ਪ੍ਰਯਤਨ ਵੀ ਕਰਦੇ ਹਾਂ। ਜੀ ਹਾਂ, ਅੱਜ ਸਾਡੇ ਨਾਲ ਉਹ ਸ਼ਖਸ ਮੌਜੂਦ ਨੇ ਜਿਨ੍ਹਾਂ ਨੇ ਪਹਿਲਾਂ ਵੀ ਇਸ ਬਾਰੇ ਮੁੱਦਾ ਚੱਕਿਆ। ਨਾਮ ਹੈ ਸੁਖਦੇਵ ਚੌਧਰੀ। ਗੱਲਬਾਤ ਕਰਦੇ ਹਾਂ। ਚੌਧਰੀ ਸਾਹਿਬ, ਮੁੱਦਾ ਤੁਸੀਂ ਚੱਕ ਰਹੇ ਹੋ ਪਰਿਆਵਰਨ ਨੂੰ ਲੈ ਕੇ, ਸਮੱਸਿਆ ਕੀ ਹੈ? ਅਸੀਂ ਦੇਖ ਰਹੇ ਹਾਂ ਪੇੜਾਂ ਦੀ ਕਟਾਈ 'ਤੇ ਵੀ ਤੁਸੀਂ ਅਕਸਰ ਆਵਾਜ਼ ਚੁੱਕਦੇ ਰਹੇ ਹੋ, ਅਤੇ ਕਾਰਨ ਕੀ ਹੈ? ਅਸੀਂ ਵਾਤਾਵਰਨ ਪ੍ਰੇਮੀ ਵੀ ਹਾਂ, ਲੋਕ ਸਾਰੇ ਕੁਦਰਤ ਪ੍ਰੇਮੀ ਹੁੰਦੇ ਨੇ। ਜਦੋਂ ਸਾਡੇ ਨਿਗਾਹ 'ਚ ਆਈ ਕਿ ਰੁੱਖ ਐਡੇ ਵੱਡੇ 30-30 ਸਾਲ ਪੁਰਾਣੇ ਜਾਂ 50-50 ਸਾਲ ਪੁਰਾਣੇ ਰੁੱਖ ਕੱਟੇ ਜਾ ਰਹੇ ਨੇ, ਜਿਨ੍ਹਾਂ ਨੂੰ ਕੱਟਿਆਂ ਵੀ ਉਹ ਨਹੀਂ ਕਟੀਂਦੇ, ਔਰ ਇਹ ਕਹਿੰਦੇ ਕਿ ਰਾਤੋਂ ਰਾਤ ਡਿੱਗ ਪਏ, ਤਾਂ ਅਸੀਂ ਉਹਦੀ ਜਦੋਂ ਜਾਣਕਾਰੀ ਲਈ, ਕੁਛ ਸੁੱਕ ਗਏ ਪਟਿਆਲਾ ਰੋਡ 'ਤੇ, ਅੰਬਾਲਾ ਰੋਡ 'ਤੇ ਕੁਛ ਸੁਕਾ ਤੇ ਕੁਛ ਕੱਟੇ ਗਏ। ਉਹ ਸਾਰਾ ਕਾਰਨਾਮਾ ਸੀਗਾ ਬਿਲਡਰ, ਜਿੱਥੇ ਬਿਲਡਰ ਆ ਗਏ, ਬਿਲਡਰਾਂ ਦਾ ਕੋਈ ਪ੍ਰੋਜੈਕਟ ਆ ਗਿਆ, ਉੱਥੇ ਹੀ ਰੁੱਖ ਸੁੱਕਦੇ ਸੀ, ਉਸੇ ਥਾਂ 'ਤੇ ਰੁੱਖ ਕੱਟੇ ਜਾਂਦੇ ਸੀਗੇ। ਫਿਰ ਅਸੀਂ ਅਫਸਰਾਂ ਨਾਲ ਗੱਲ ਕੀਤੀ, ਅਫਸਰਾਂ ਨੇ ਸਾਨੂੰ ਕੋਈ ਗੱਲਬਾਤ ਕੋਈ ਵਧੀਆ ਢੰਗ ਨਾਲ ਨਹੀਂ ਕੀਤੀ। ਤੁਸੀਂ ਗੱਲ ਕਰੀ ਹੈ ਕਿ ਬਿਲਡਰ ਲੋਬੀ ਦੇ ਜਿਹੜੇ ਸਾਹਮਣੇ ਹੁੰਦੇ ਸੀ ਉਹ ਸੁੱਕ ਜਾਂਦੇ ਸੀ ਜਾਂ ਕੱਟੇ ਜਾਂਦੇ ਸੀ। ਕਾਰਨ ਕੀ ਹੁੰਦਾ ਹੈ ਕਿ ਕੋਈ ਪ੍ਰੋਜੈਕਟ ਹੈ ਉਸਦੇ ਸਾਹਮਣੇ ਜੇ ਦਰਖਤ ਲੱਗੇ ਨੇ ਉਹ ਤਾਂ ਵਧੀਆ ਬਲਕਿ ਗ੍ਰੀਨਰੀ ਦਿਖਦੀ ਹੈ, ਲੋਕ ਉਹਨੂੰ ਪਸੰਦ ਕਰਦੇ ਨੇ, ਪਰ ਫਿਰ ਕਿਉਂ ਕੱਟੇ ਜਾਂਦੇ ਨੇ? ਇਹ ਪਤਾ ਨਹੀਂ ਕਿਉਂ ਇਹਨਾਂ ਦੇ ਸਮਝ ਨਹੀਂ ਆ ਰਿਹਾ। ਮੈਂ ਵਾਰ-ਵਾਰ ਇਸ ਗੱਲ ਦੀ ਪੈਰਵੀ ਕਰਦਾ ਇਸ ਗੱਲ ਵਾਸਤੇ ਕਿ ਜਿੱਥੇ ਰੁੱਖ ਨੇ ਉੱਥੇ ਤਾਂ ਲੋਕ ਪਸੰਦ ਕਰਨਗੇ, ਲੇਕਿਨ ਇਹਨਾਂ ਦਾ ਵਿਜ਼ਨ ਹੋ ਰਿਹਾ ਹੈ। ਇਹਨਾਂ ਦਾ ਵਿਜ਼ਨ ਇਹ ਹੈ ਕਿ ਜਦੋਂ ਸੜਕ ਤੋਂ ਬੰਦਾ ਟੱਪ ਰਿਹਾ ਹੈ ਉਹਨੂੰ ਸਾਡਾ ਜਿਹੜਾ ਪ੍ਰੋਜੈਕਟ ਉਹ ਦਿਖੇ। ਰੁੱਖਾਂ ਨਾਲ ਇਹਨੂੰ ਕੋਈ ਸੰਬੰਧ ਨਹੀਂ, ਇਸ ਕਰਕੇ ਉਹ ਸਾਰੇ ਰੁੱਖ ਜਿਹੜੇ ਨੇ ਕੱਟ ਦਿੰਦੇ ਨੇ। ਉਹਨਾਂ ਥਾਂ 'ਤੇ ਫੈਂਸੀ ਨਿੱਕੇ ਰੁੱਖ ਲਾ ਦੇਣਗੇ ਕਿ ਸੁੰਦਰਤਾ ਵਾਸਤੇ, ਉਹਨਾਂ ਨੂੰ ਛਾਂ ਨਾਲ ਜਾਂ ਆਕਸੀਜਨ ਨਾਲ ਕੋਈ ਮਤਲਬ ਨਹੀਂ। ਮਤਲਬ ਤੁਹਾਡਾ ਕਹਿਣਾ ਜਿਵੇਂ ਕਹਿ ਲਈਏ ਜੋ ਦਿਖਤਾ ਹੈ ਉਹ ਵਿਕਤਾ ਹੈ, ਜੇ ਸਾਹਮਣੇ ਪ੍ਰੋਜੈਕਟ ਦਿਖੇਗਾ ਤਾਂ ਵਿਕੇਗਾ, ਇਸ ਕਰਕੇ ਦਰਖਤਾਂ ਨੂੰ ਕੱਟ ਦਿੰਦੇ ਨੇ। ਅੱਛਾ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜਿਵੇਂ ਕਿ ਸੁਕਾ ਦਿੱਤਾ ਜਾਂਦਾ, ਇਹ ਫਿਰ ਕਿਹੜੇ ਐਸਿਡ ਕੋਈ ਯੂਜ਼ ਕਰਦੇ ਆ, ਕਿਸ ਤਰ੍ਹਾਂ ਸੁਕਾਇਆ ਕਿਵੇਂ ਜਾਂਦਾ? ਇਹ ਦੇਖੋ 2-3 ਤਰੀਕੇ ਇਹਨਾਂ ਨੇ ਜੋ ਦੱਸੇ ਨੇ, ਡਿਪਾਰਟਮੈਂਟ ਹੀ ਦੱਸਦਾ ਇਹਨਾਂ ਨੂੰ। ਜਿਹੜਾ ਜੰਗਲਾਤ ਮਹਿਕਮਾ ਹੈ ਉਹਨਾਂ ਦੇ ਜਿਹੜੇ ਅਫਸਰ ਨੇ, ਗਾਰਡ ਲਾ ਲਓ, ਬਲਾਕ ਅਫਸਰ ਲਾ ਲਓ, ਰੇਂਜ ਅਫਸਰ ਲਾ ਲਓ, ਇਹੀ ਸਾਰੇ ਇੱਕ ਗੈਂਗ ਬਣਿਆ ਹੋਇਆ ਇਹਨਾਂ ਦਾ, ਬਿਲਡਰਾਂ ਨਾਲ ਮਿਲ ਕੇ ਕਰ ਲੈਂਦੇ ਨੇ। ਕਿ ਇਹ ਦੱਸਦੇ ਨੇ ਇਹਨਾਂ ਨੂੰ ਕਿ ਤੁਸੀਂ ਇਹਦੇ ਵਿੱਚ ਇਹ ਚੀਜ਼ ਕਰ ਦਿਓ, ਉਹਦੇ 'ਚ ਡੀਜ਼ਲ ਪਾ ਕੇ ਵੀ ਕਹਿੰਦੇ ਕਰ ਸਕਦੇ ਹਾਂ, ਕੈਮੀਕਲ ਵੀ ਪਾ ਕੇ ਕਰ ਸਕਦੇ ਹਾਂ। ਤੇ ਜਦੋਂ ਇਹਨਾਂ ਨੂੰ ਲੱਗਿਆ ਕਿ ਜੇ ਸੁੱਕ ਜਾਂਦੇ ਨੇ, ਫੜੇ ਗਏ ਜਾਂ ਸਿੱਧੇ ਕੱਟ 'ਤੇ ਫੜੇ ਗਏ ਲੋਕ, ਤਾਂ ਇਹਨਾਂ ਨੇ ਹੁਣ ਤੀਜਾ ਟੰਗ ਇੱਕ ਹੋਰ ਲੱਭ ਲਿਆ ਕਿ ਥੱਲੋਂ ਜਿਹੜਾ ਬਿਲਕੁਲ ਜ਼ਮੀਨ ਦੇ ਨਾਲੋਂ ਰੁੱਖ ਨੂੰ ਕੱਟ ਦਿੰਦੇ ਨੇ, ਅੱਧੇ ਨਾਲੋਂ ਜ਼ਿਆਦਾ ਕੱਟ ਦਿੰਦੇ ਨੇ। ਉਹ ਜਦੋਂ ਹਨੇਰੀ ਮੀਂਹ ਹੁੰਦੀ ਹੈ ਉਦੋਂ ਉਖੜ ਜਾਣਗੇ, ਨਾ ਵੀ ਉਖੜੇ ਤਾਂ ਰਾਤ ਨੂੰ ਹਲਕਾ ਜਿਹਾ, ਜਿੱਦਣ ਵੀ ਹਵਾ ਆਵੇ, ਹਵਾ ਆ ਗਈ ਜਾਂ ਹਨੇਰੀ ਆ ਗਈ ਜਾਂ ਮੀਂਹ ਪੈ ਗਿਆ, ਉਸ ਦਿਨ ਟਰਾਲੀ ਲਾ ਗਿਆ ਕਿਸੇ ਚੀਜ਼ ਰਾਤੋਂ ਰਾਤ ਉਹਨੂੰ ਸੜ ਦਿੰਦੇ ਨੇ। ਤੁਸੀਂ ਵੱਡੇ ਇਲਜ਼ਾਮ ਉਹਨਾਂ ਅਧਿਕਾਰੀਆਂ ਤੇ ਲਾ ਰਹੇ ਹੋ ਜੋ ਪ੍ਰਸ਼ਾਸਨ ਨੇ ਲੱਖਾਂ ਦੀਆਂ ਤਨਖਾਹਾਂ ਦੇ ਕੇ ਜਿਨ੍ਹਾਂ ਨੂੰ ਰੱਖਦੇ ਨੇ ਪੇੜਾਂ ਦੀ ਸਾਂਭ ਨੂੰ। ਕਾਰਨ ਕੀ ਹੈ ਐਡੇ ਵੱਡੇ ਦੋਸ਼ ਲਾਣਾ ਤੁਸੀਂ ਉਹਨਾਂ ਅਧਿਕਾਰੀਆਂ ਤੇ ਜੋ ਕਿ ਸਾਂਭ ਨੂੰ ਰੱਖੇ ਹੋਏ ਨੇ?
ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਡਿਪਾਰਟਮੈਂਟ ਦੀ ਜੋ ਡਿਊਟੀ ਹੈ, ਅਸੀਂ ਇੱਕ ਚੌਕੀਦਾਰ ਰੱਖਦੇ ਹਾਂ ਵੀ ਤੂੰ ਇਸ ਚੀਜ਼ ਨੂੰ ਬਚਾਉਣਾ ਹੈ, ਤੇ ਜੇ ਉੱਥੇ ਚੋਰੀ ਰੋਜ਼ ਹੋ ਰਹੀ ਹੈ ਤਾਂ ਮਤਲਬ ਚੌਕੀਦਾਰ ਨਾਲ ਰਲਿਆ ਹੋਇਆ ਹੈ। ਜੇ ਅੱਜ ਰੇਂਜ ਆਫਿਸਰ ਹੈ, ਬਲਾਕ ਆਫਿਸਰ ਹੈ, ਗਾਰਡ ਸਭ ਤੋਂ ਵੱਡਾ ਗਾਰਡ ਦੀ ਡਿਊਟੀ ਹੈ, ਉਹਨੇ ਰੁੱਖੇ ਤਾਂ ਹੈ ਨਹੀਂ ਕਿ 15 ਮਿੰਟ ਦੇ ਵਿੱਚ ਕੱਟੇ ਗਏ, ਰੁੱਖ ਦਿਖ ਗਏ ਕੱਟੇ ਵੀ ਨੇ, ਡਿੱਗੇ ਨੇ, ਕਿਸ ਢੰਗ ਨਾਲ ਡਿੱਗੇ ਨੇ, ਕਿਸ ਢੰਗ ਨਾਲ ਸੁੱਕੇ ਨੇ, ਸਾਰਾ ਪਤਾ ਇਹਨਾਂ ਅਫਸਰਾਂ ਨੂੰ। ਇੱਕ ਜੇ ਥਾਣੇਦਾਰ ਨੂੰ ਕਹਿਣਾ ਇੱਕ ਘਰ 'ਚ ਚੋਰੀ ਹੋਈ ਹੈ, ਉਹ ਥਾਣੇਦਾਰ ਨੂੰ ਪਤਾ ਹੁੰਦਾ ਵੀ ਚੋਰ ਕਿਹੜਾ ਚੋਰ ਹੈ ਵਾਲਾ, ਕਿਉਂਕਿ ਉਹਦੇ ਸਟਾਈਲ ਤੋਂ ਪਤਾ ਲੱਗ ਜਾਂਦਾ ਉਹਨੂੰ ਵੀ ਇਹ ਚੋਰੀ ਕੀਤੀ ਤੇ ਇਹ ਮਤਲਬ ਫਲਾਣਾ ਚੋਰ ਹੈ। ਔਰ ਇਸ ਤਰੀਕੇ ਨਾਲ ਹੀ ਇਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਕਿ ਇਹ ਕਿਵੇਂ ਕੱਟੇ ਗਏ ਨੇ, ਕਿੰਨੇ ਦਿਨ ਪਹਿਲਾਂ ਕੱਟੇ ਗਏ ਨੇ, ਔਰ ਇਹ ਜੇਕਰ ਸੁਕਾਏ ਗਏ ਨੇ ਕਿਸ ਢੰਗ ਨਾਲ ਸੁਕਾਏ ਗਏ ਨੇ, ਸਭ ਇਹ ਝੂਠ ਮਾਰਦੇ ਨੇ। ਹੁਣ ਪਿੱਛੇ ਜੇ ਪਟਿਆਲਾ ਰੋਡ ਤੇ ਮੁਹੱਲੀ ਸਿਟੀ ਸਕੁਅਰ ਸੀਗਾ, ਉਹਦੇ ਸਾਹਮਣੇ ਸੈਂਪਲ ਵੀ ਲਿਆ, ਉਹਦੀ ਕੋਈ ਰਿਪੋਰਟ ਨਹੀਂ ਆਈ। ਇਹਨਾਂ ਦੀ ਰਿਪੋਰਟਾਂ ਦੇ ਸਾਨੂੰ ਗੋਲਮੋਲ ਕਰਦੇ ਰਹੇ, ਅੱਜ ਤੱਕ ਰਿਪੋਰਟ ਨਹੀਂ ਆਈ। ਫਿਰ ਦੂਜਾ ਉਹਨਾਂ ਨੇ ਉਹ ਕਹੇ ਪੌਦੇ ਜੀ ਅਸੀਂ ਆਪ ਲਾਤੇ, ਰੁੱਖ ਲਾ ਰਹੇ ਹਾਂ, 10-10 ਫੁੱਟੇ ਲਗਾ ਰਹੇ ਹਾਂ, ਜਦ ਕਿ ਉਹ ਬਿਲਡਰਾਂ ਕੋਲੋਂ ਹੀ ਰੁੱਖ ਲੈ ਕੇ ਤੇ ਉਹ ਆਪ ਹੀ ਫੈਂਸੀ ਉਹਨਾਂ ਦੀ ਫੈਂਸੀ ਕਰਤੀ। ਔਰ ਜਿਹੜੀ ਜਗ੍ਹਾ ਹੈਗੀ ਹੈ ਜਿੱਥੇ ਫੈਂਸੀ ਕੀਤੀ, ਉਹ ਸਾਰੀ ਜੰਗਲਾਤ ਮਹਿਕਮੇ ਦੀ, ਉਹ ਇਹਨਾਂ ਨੇ ਬਿਲਡਰ ਨੂੰ ਦੇਤੀ, ਬਿਲਡਰ ਨੇ ਉੱਥੇ ਕਰਤਾ। ਗੱਲ ਕਰੀਏ ਪਟਿਆਲਾ ਰੋਡ ਤੇ, ਤੁਸੀਂ ਕਿਹਾ 2 ਤੋਂ 3 ਮਹੀਨੇ ਹੋ ਗਏ ਆ, ਅਸੀਂ ਵੀ ਉਹ ਖਬਰ ਕੀਤੀ ਸੀ। ਤਾਂ ਉਹ ਸੈਂਪਲ ਲੈ ਕੇ ਗਏ ਸੀ, ਉਹਨਾਂ ਨੇ ਇੱਕ ਨਿਰਧਾਰਿਤ ਜਿਹੜਾ ਸਮਾਂ ਦੱਸਿਆ ਸੀ ਕਿ ਇੰਨੇ ਸਮੇਂ ਦੇ ਵਿੱਚ ਜਿਹੜਾ ਜਾਂਚ ਹੋ ਜਾਏਗੀ ਆ ਸੈਂਪਲ ਦਾ ਜੋ ਆ ਜਾਏਗਾ ਕਿ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਮਿਲੀਆਂ ਹੋਈਆਂ ਸੀ, ਕਿਹੜੇ ਰਸਾਇਣ। ਤੇ ਉਸ ਤੋਂ ਬਾਅਦ ਤੁਸੀਂ ਪ੍ਰਸ਼ਾਸਨਿਕ ਦਾਇਰੇ ਤੱਕ ਪਹੁੰਚ ਕੀਤੀ ਸੀ? ਬਹੁਤ ਕੀਤੀ ਪਹੁੰਚ। ਉਹਨਾਂ ਨੇ ਸਾਨੂੰ ਹੋਰ ਢੰਗ ਨਾਲ ਲਗਾਇਆ, ਸਾਨੂੰ ਪਤਾ ਨਹੀਂ ਚੀਜ਼ਾਂ ਦਾ, ਟੈਕਨੀਕਲ ਚੀਜ਼ਾਂ ਦਾ ਪਤਾ। ਉਹਨਾਂ ਨੇ ਸਾਨੂੰ ਇਹ ਕਿਹਾ ਕਿ ਇਹਦੀ ਰਿਪੋਰਟ 'ਚ ਕੁਛ ਨਹੀਂ ਨਿਕਲਣਾ ਜੀ, ਤੁਸੀਂ ਰਿਪੋਰਟਾਂ ਨਾ ਕਰੋ, ਸਾਨੂੰ FIR ਕਰਨ ਤੋਂ ਇਹਨਾਂ ਖਿਲਾਫ ਕਾਰਵਾਈਆਂ ਕਰਾਂਗੇ, ਜੇ ਰਿਪੋਰਟ 'ਚ ਕੁਛ ਨਾ ਆਇਆ ਫਿਰ ਅਸੀਂ ਕੁਛ ਨਹੀਂ ਕਰ ਪਾਵਾਂਗੇ। ਇਹ ਸਾਨੂੰ ਉਹਨਾਂ ਨੇ ਬੇਵਕੂਫ ਬਣਾਇਆ, ਅਸੀਂ ਬੇਵਕੂਫ ਬਣ ਗਏ ਇਸ ਗੱਲ 'ਚ ਵੀ ਇਹ ਹੋ ਸਕਦਾ 2 ਸਾਲ ਪਹਿਲਾਂ ਅਗਰ ਕੋਈ ਕੈਮੀਕਲ ਕੁਛ ਪਾਇਆ, ਉਹਦੀ ਰਿਪੋਰਟ ਨਾ ਆਈ ਤੇ ਫਿਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰਨੀ, ਕਹਿੰਦੇ ਅਸੀਂ ਕਾਰਵਾਈ ਕਰ ਰਹੇ ਹਾਂ, ਲੇਕਿਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਹਰ ਵਾਰੀ ਇਹਨੇ ਕਿਹਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ, ਸਭ ਤੋਂ ਵੱਡੇ ਅਫਸਰਾਂ ਨਾਲ ਵੀ ਮਿਲ ਕੇ ਆਏ ਹਾਂ, ਕਿ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਕੋਈ ਜਿਹੜੇ ਦਰਖਤਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਦਰਖਤ ਜ਼ੀਰਕਪੁਰ ਡੇਰਾਬੱਸੀ ਦੇ ਅਧੀਨ ਹੀ ਆਉਂਦੇ ਆ? ਇਸ ਤੋਂ ਇਲਾਵਾ ਵੀ ਜ਼ਿਲ੍ਹਾ ਮੋਹਾਲੀ ਦੇ ਵਿੱਚ ਹੋਰ ਕਈ ਥਾਵਾਂ ਤੇ ਤੁਸੀਂ ਗਏ ਹੋ ਤੇ ਤੁਸੀਂ ਖਸਤਾ ਹਾਲਤ ਜਿਹੜੀ ਦਰਖਤਾਂ ਦੀ ਦੇਖੀ? ਹਾਂਜੀ, ਅਸੀਂ ਇੱਕ ਇਸ ਤੋਂ ਇਲਾਵਾ ਜੋ ਗਮਾਡਾ ਦੇ ਅੰਡਰ ਆਉਂਦੇ ਨੇ ਕੁਝ ਰੁੱਖ ਬਹੁਤ ਵੱਡੇ 40 ਸਾਲ ਪੁਰਾਣੇ ਰੁੱਖ, ਜਿਹੜੇ ਇੰਟਰਨਲ ਰੋਡਸ ਨੇ ਗਮਾਡਾ ਦੀਆਂ, ਕਿਉਂਕਿ ਫੋਰੈਸਟ ਦੀ ਜਿਹੜੀ ਮੇਨ ਰੋਡ ਦੀ ਹੁੰਦੀਆਂ ਨੇ ਜੀ, ਉਹ ਜਿਹੜੇ ਗਮਾਡਾ ਦੇ ਰੁੱਖ ਨੇ, ਉਹ ਇੱਕ ਜੁਬਲੀ ਦੇ ਨਾਂ ਤੋਂ ਕੋਈ ਪ੍ਰੋਜੈਕਟ ਹੈਗਾ, ਸਿੰਘ ਸ਼ਹੀਦਾਂ ਜਿਹੜੇ ਗੁਰਦੁਆਰਾ ਨੇ, ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਰੋਡ ਜਿਹੜੀ ਜਾਂਦੀ ਹੈ, ਉੱਥੇ ਰੁੱਖ ਨੇ। ਉਹ ਰੁੱਖਾਂ ਨੂੰ ਉਹਨਾਂ ਨੇ ਲੱਗਿਆ ਵੀ ਨਾ ਤਾਂ ਸੁਕਾ ਸਕਦੇ, ਨਾ ਇਹਨਾਂ ਨੂੰ ਸਿੱਧਾ ਕੱਟ ਸਕਦੇ, ਇਹਨਾਂ ਨੇ ਥੱਲੇ ਚੀਰੀ ਲਾਤੀ, ਥੱਲੋਂ ਕੱਟ ਤੇ ਉਹਨਾਂ, ਜੇਕਰ ਉਹਨਾਂ ਦਾ ਜੇ ਸਾਈਜ਼ 3 ਫੁੱਟ ਦਾ ਹੈ ਤਾਂ 2 ਫੁੱਟ ਕੱਟਤਾ ਵੀ 1 ਫੁੱਟ ਜਿੱਦਣ ਹਵਾ ਹਨੇਰੀ ਆਏਗੀ ਤਾਂ ਇਹਨੂੰ ਡਿੱਗ ਦਿਆਂਗੇ ਜਾਂ ਆਪੇ ਆਪ ਡਿੱਗ ਜਾਣਗੇ, ਤੇ ਉੱਥੇ ਕਿਸੇ 'ਤੇ ਇਲਜ਼ਾਮ ਨਹੀਂ ਆਊਗਾ। ਲੇਕਿਨ ਮੇਰਾ ਇਹ ਸਵਾਲ ਹੈ ਕਿ ਜਦੋਂ ਪਤਾ ਲੱਗ ਗਿਆ ਕਿ ਚੀਰੀ ਮਾਰਤੀ, ਕੱਟੀ ਹੈ, ਦੋਸ਼ੀ ਕੌਣ ਨੇ, ਉਹਨਾਂ ਨੂੰ ਸਜ਼ਾ ਨਹੀਂ ਹੋ ਰਹੀ, ਜੇ ਇਹ ਰੁੱਖ ਡਿੱਗ ਜਾਣਗੇ ਬਾਰਿਸ਼ ਦੇ ਵਿੱਚ, ਕੋਈ ਥੱਲੋਂ ਜਾ ਵੀ ਰਿਹਾ ਹੋਣਾ, ਕਿਸੇ ਕਾਰ ਦੇ ਉੱਪਰ ਵੀ ਡਿੱਗ ਸਕਦਾ, ਬੰਦੇ ਵੀ ਮਰ ਸਕਦੇ ਆ, ਉਹ ਜ਼ਿੰਮੇਵਾਰੀ ਕੌਣ ਹੈ? ਗਮਾਡਾ ਦਾ ਜਿਹੜਾ ਅਫਸਰ ਹੈ ਉਹਨੂੰ ਜ਼ਿੰਮੇਵਾਰ ਠਹਿਰਾਈਏ। ਜੇ ਫੋਰੈਸਟ ਡਿਪਾਰਟਮੈਂਟ ਦਾ ਕੋਈ ਰੁੱਖ ਡਿੱਗਦਾ, ਕੋਈ ਬੰਦਾ ਮਰਦਾ, ਕੁਛ ਹੁੰਦਾ, ਉਹਦੇ 'ਤੇ 320 ਲਾਓ। ਇਸ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤੁਸੀਂ ਕਿਸੇ ਨੂੰ ਕਿ ਇਸ ਤਰ੍ਹਾਂ ਇਹ ਹੋ ਰਿਹਾ? ਬਿਲਕੁਲ, ਜਿਹੜੀ ਵੀ ਕੋਈ ਵੀ ਚੀਜ਼ ਹੁੰਦੀ ਹੈ, ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਅਫਸਰ ਨੂੰ, ਉਹਦੇ ਮੰਤਰੀ ਨੂੰ, ਉਹਨਾਂ ਦਾ ਛੋਟੇ ਤੋਂ ਵੱਡੇ ਮੰਤਰੀ ਗਾਰਡ ਤੋਂ ਲੈ ਕੇ ਵੱਡੇ ਤੋਂ ਵੱਡਾ ਅਫਸਰ ਜਿਹੜਾ ਪੰਜਾਬ ਦਾ ਮਾਲਕ ਹੈ, ਉਹਦੇ ਤੱਕ ਮੈਂ ਹਰ ਵੀਡੀਓ, ਹਰ ਫੋਟੋ ਜ਼ਰੂਰ ਭੇਜਦਾ। ਮੇਰੇ ਕੋਲ ਸਾਰੇ ਰਿਕਾਰਡ ਪਏ ਹਰ ਇੱਕ ਦੇ, ਔਰ ਮੈਂ ਮੇਲ ਵੀ ਸਭ ਨੂੰ ਕਰਨਾ। NGT ਦੇ ਵਿੱਚ ਮੇਰੀਆਂ 7 ਮੇਲਾਂ ਹੋ ਚੁੱਕੀਆਂ ਨੇ, 2-3 ਕੰਪਲੇਂਟ ਕੀਤੀਆਂ ਨੇ, ਲੇਕਿਨ ਉਹਨਾਂ ਨੇ NGT ਵੱਲੋਂ ਵੀ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਇਹਨਾਂ 'ਤੇ। ਕੰਪਲੇਂਟਾਂ ਬਹੁਤ ਦੇਤੀਆਂ, ਜੰਗਲਾਤ ਮਹਿਕਮੇ ਵਾਲਿਆਂ ਨੂੰ ਕਹਿਤਾ, ਗਮਾਡਾ ਵਾਲਿਆਂ ਨੂੰ ਤੁਸੀਂ ਕਹਿਤਾ, ਕਿਸੇ ਅਧਿਕਾਰੀ ਨੇ ਫੋਨ ਤੇ ਸਟ੍ਰਿਕਟ ਐਕਸ਼ਨ ਲਿਆ? ਕਿਉਂਕਿ ਪਰਿਆਵਰਨ ਦਾ ਸਵਾਲ ਹੈ। ਅੱਜ ਆਪਾਂ ਹਾਲਾਤ ਇਸ ਤਰ੍ਹਾਂ ਦੇ ਦੇਖਦੇ ਹਾਂ, ਗੱਡੀਆਂ ਦਿਨ ਦੁੱਗਣੀਆਂ ਰਾਤ ਚੌਗਣੀਆਂ ਹੋ ਰਹੀਆਂ ਨੇ, ਤੇ ਪੋਲਿਊਸ਼ਨ ਇੰਨਾ ਵੱਧ ਰਿਹਾ, ਸਾਹ ਦੀਆਂ ਬਿਮਾਰੀਆਂ, ਚਮੜੀ ਦੇ ਰੋਗ ਹੋ ਰਹੇ ਨੇ, ਤੇ ਸਟ੍ਰਿਕਟ ਐਕਸ਼ਨ ਕੀ ਲਏ ਗਏ ਨੇ? ਕੋਈ ਨਹੀਂ ਲੈਂਦੇ ਜੀ। ਅਸਲ 'ਚ ਜੋ ਤੱਕ ਮੈਂ ਜੋ ਦੇਖੋ ਦਬੀ ਆਵਾਜ਼ 'ਚ ਅਫਸਰ ਦੱਸ ਦਿੰਦੇ ਆ ਸਾਰੇ, ਚਾਹੇ ਉਹ ਲੋਕਲ ਬਾਡੀ ਦੇ ਕਹਿ ਲਓ, ਚਾਹੇ ਫੋਰੈਸਟ ਡਿਪਾਰਟਮੈਂਟ ਦੇ ਕਹਿ ਲਓ, ਕੁਛ ਵੀ, ਕਿ ਮੰਤਰੀ ਬੜੇ ਗੰਦੇ ਨੇ, ਜਿਹੜੇ ਲੀਡਰ ਨੇ ਉਹ ਇੰਨੇ ਗੰਦੇ ਨੇ, ਇੰਨੇ ਗਿਰ ਚੁੱਕੇ ਨੇ ਕਿ ਉਹਨਾਂ ਨੂੰ ਸਿਰਫ ਕਿਉਂਕਿ ਇਹਨਾਂ ਦੀ ਪਹੁੰਚ, ਬਿਲਡਰਾਂ ਦੀ ਪਹੁੰਚ ਉਹਨਾਂ ਤੱਕ ਬਹੁਤ ਵਧੀਆ ਹੁੰਦੀ ਹੈ, ਔਰ ਉਹ ਉਸ ਕਰਕੇ ਉਹ ਤੋਂ ਫੋਨ ਕਰਾਉਂਦੇ ਨੇ। ਅਫਸਰ ਦੀ ਕੋਈ ਔਕਾਤ ਨਹੀਂ, ਅਗਰ ਅਫਸਰ ਕੋਈ ਕਾਰਵਾਈ ਕਰਨਾ ਚਾਹਵੇ ਉਸ ਟਾਈਮ ਉਹਦੀ ਟ੍ਰਾਂਸਫਰ ਕਰ ਦਿੰਦੇ ਨੇ। ਜਿਹੜਾ ਤਾਂ ਇਹਨਾਂ ਦਾ ਗਲਤ ਕੰਮ ਕਰਦਾ ਰਹੇ ਸਾਥ ਦੇ ਠੀਕ, ਜਿੰਨੇ ਜਦੋਂ ਉਹਨੇ ਨਾ ਕਰਤੀ ਉਹਦੀ ਟ੍ਰਾਂਸਫਰ ਕਰ ਦਿੰਦੇ ਆ। ਸੁਖਦੇਵ ਜੀ, ਆਰੋਪ ਤੁਹਾਡੇ ਤੇ ਵੀ ਲੱਗਦੇ ਆ ਕਿ ਸੁਖਦੇਵ ਚੌਧਰੀ ਇਹਨਾਂ ਗੱਲਾਂ ਪਿੱਛੇ ਆਵਾਜ਼ ਕਿਉਂ ਚੁੱਕਦਾ ਹੈ? ਸ਼ਾਇਦ ਕੋਈ ਨਿੱਜੀ ਫਾਇਦਾ ਵੀ ਹੋ ਸਕਦਾ ਹੈ, ਜਾਂ ਕੋਈ ਨਿੱਜੀ ਕੋਈ ਆਪ ਦੀ ਕੋਈ ਮੰਗ ਹੋਵੇ, ਇਸ ਕਰਕੇ ਇਹਨਾਂ ਚੀਜ਼ਾਂ ਦੀ ਜਿਹੜੀ ਆਵਾਜ਼ ਹੈ ਉਹ ਚੁੱਕਦਾ ਹੈ। ਦੇਖੋ, ਨਿੱਜੀ ਫਾਇਦਾ ਤਾਂ ਮੈਂ ਦੇਖੋ, ਜੇਕਰ ਰੁੱਖ ਲੱਗੇਗਾ ਤੇ ਮੈਂ ਕਾਰ ਥੱਲੇ ਖੜੀ ਕਰਨੀ ਹੈ। ਜੇ ਮੈਂ ਪਟਿਆਲਾ ਰੋਡ ਤੇ ਜਾਣਾ, ਜੇ ਮੈਨੂੰ 2 ਮਿੰਟ ਵੀ ਕਿਤੇ ਉਤਰਨਾ ਹੋਵੇ, ਮੈਨੂੰ ਉੱਥੇ ਰੁੱਖ, ਮੈਨੂੰ ਤੁਸੀਂ ਵੀ ਉਦਣ ਆਏ ਸੀ, ਸਾਨੂੰ ਇੱਕ ਖੰਭੇ ਦੀ ਛਾਂ ਦੇ ਥੱਲੇ ਅਸੀਂ 5 ਬੰਦੇ ਖੜੇ ਹੋਏ ਸੀ,
ਖੰਭੇ ਦੀ ਛਾਂ ਪੈ ਰਹੀ ਹੈ ਇੰਨੀ ਕੁ, ਉਹਦੇ ਤੇ ਅਸੀਂ 5 ਬੰਦੇ ਖੜੇ ਹੋਏ ਏਡੀ ਧੁੱਪ 'ਚ, ਕੜਕਣੀ ਧੁੱਪ 'ਚ। ਇਹ ਸਾਡਾ ਜਿਹੜਾ ਸਵਾਰਥ ਹੈ, ਆਕਸੀਜਨ ਖਤਮ ਹੋ ਰਹੀ ਹੈ, ਰੁੱਖ ਸਾਨੂੰ ਅੱਗੇ ਚਾਹੀਦੇ ਨੇ। ਸਾਡੀ ਜਿਹੜੀ ਪੀੜ੍ਹੀ ਹੈ, ਸਾਡੇ ਬੱਚੇ ਨੇ ਜਿਹੜੇ, ਉਹ ਸਾਨੂੰ ਲਾਹਨਤਾਂ ਜ਼ਰੂਰ ਪਾਉਣਗੇ ਵੀ ਸਾਡੇ ਵੱਡਿਆਂ ਨੇ ਰੁੱਖ ਨਹੀਂ ਬਚਾਏ। ਅਸੀਂ ਰੁੱਖ ਬਚਾਉਣ ਪਿੱਛੇ ਲੱਗੇ ਹੋਏ ਹਾਂ, ਅਤੇ ਉਹਦੇ ਵਿੱਚ ਜੇ ਕੋਈ ਕੀ ਕਹਿੰਦਾ ਉਹਦੇ ਰੁੱਖ ਤੋਂ ਕੀ ਪੱਟ ਲਾਂਗੇ ਅਸੀਂ। ਮੈਂ ਉਹ ਤੋਂ ਕੋਈ ਲੱਕੜ ਨਹੀਂ ਵੇਚਣੀ, ਜਾਂ ਮੈਨੂੰ ਕੋਈ ਭੁੱਖ ਹੈ ਇਹੋ ਜਿਹੀ, ਨਾ ਇਹਨਾਂ ਦੀ ਕੋਈ ਔਕਾਤਾਂ ਨੇ ਇਹੋ ਜਿਹੀਆਂ ਗੱਲਾਂ। ਬਿਲਕੁਲ ਸੁਖਦੇਵ ਜੀ, ਦੋ ਰਾਏ ਨਹੀਂ ਹੈ ਇਸ ਗੱਲ ਦੇ ਵਿੱਚ, ਕਿਉਂਕਿ ਅਸੀਂ ਵੀ ਇੱਕ ਵਾਰ ਇੱਕ ਪੇਂਟਿੰਗ ਦੇਖੀ ਸੀ, ਮੈਨੂੰ ਇਹਦਾ ਯਾਦ ਨਹੀਂ ਕਿਸ ਪੇਂਟਰ ਵੱਲੋਂ ਬਣਾਈ ਗਈ ਸੀ, ਪਰ ਉਸ ਦੇ ਵਿੱਚ ਇੱਕ ਵਧੀਆ ਸੰਦੇਸ਼ ਦਿੱਤਾ ਹੋਇਆ ਸੀ। ਇੱਕ ਵਿਅਕਤੀ ਖੇਤਾਂ ਦੇ ਵਿੱਚ ਦਰਖਤ ਵੱਢਣ ਜਾਂਦਾ ਹੈ, ਪਰ ਜਦੋਂ ਰੋਟੀ ਖਾਣ ਦਾ ਸਮਾਂ ਹੋ ਜਾਂਦਾ, ਦੁਪਹਿਰ ਹੋ ਜਾਂਦੀ ਹੈ, ਉਹ ਉਸੇ ਰੁੱਖ ਥੱਲੇ ਬਹਿ ਕੇ ਰੋਟੀ ਖਾਂਦਾ ਹੈ। ਸੋ ਹਰ ਇੱਕ ਪ੍ਰਤੀਕ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਬਚਾਉਣ ਦੇ ਵਿੱਚ ਲੱਗਿਆ ਹੋਇਆ, ਪਰ ਫਿਰ ਵੀ ਇਹੋ ਜਿਹੇ ਜਿਹੜੇ ਲੋਕਾਂ ਨੂੰ ਨਹੀਂ ਸਮਝ ਆ ਰਹੀ, ਤਾਂ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਮੈਂ ਇੱਕ ਨੈਤਿਕਤਾ ਇਹਨਾਂ ਨੂੰ ਦੱਸੀਏ ਕਿ ਸ਼ਿਵ ਕੁਮਾਰ ਬਟਾਲਵੀ ਦੀ ਮੈਂ ਕਵਿਤਾ ਪਹਿਲਾਂ ਵੀ ਇਹ ਪੜ੍ਹੀ ਸੀ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਰੁੱਖ ਮੈਨੂੰ ਮਾਵਾਂ ਵਰਗੇ ਲੱਗਦੇ ਨੇ, ਕੁਛ ਮੇਰੇ ਭਰਾਵਾਂ ਵਰਗੇ ਨੇ। ਮੈਂ ਜਦੋਂ ਉਹ ਕਵਿਤਾ ਪੜ੍ਹਨਾ ਮੈਨੂੰ ਰੋਣਾ ਆ ਜਾਂਦਾ ਹੈ ਕਿ ਜਦੋਂ ਮੈਂ ਰੁੱਖ ਵੇਖਦੇ ਹਿਲਦੇ ਨੇ, ਰੁੱਖ ਐ ਲਹਿਰਾਉਂਦੇ ਪਏ ਨੇ, ਏਡੇ ਸੋਹਣੇ ਸੋਹਣੇ 25-25 30-30 ਫੁੱਟ 50-50 ਫੁੱਟ ਉੱਚੇ ਰੁੱਖ ਨੇ, ਜਿਹੜੇ 25 ਸਾਲਾਂ ਤੋਂ ਲਹਿਰਾ ਰਹੇ ਨੇ, ਪੂਰੇ ਆਨੰਦ ਲੈ ਰਹੇ ਨੇ ਆਪਸ 'ਚ। ਦੋ ਰੁੱਖ ਨਾਲ ਭਿੜਦੇ ਨੇ, ਕਿੰਨਾ ਆਨੰਦ ਲੈਂਦੇ ਨੇ। ਉਹ ਸਾਡੇ ਬੱਚਿਆਂ ਵਰਗੇ ਨੇ, ਜਿਹੜੇ ਬੋਹੜ ਨੇ, ਪਿੱਪਲ ਨੇ, ਸਾਡੇ ਦਾਦਿਆਂ ਪੜਦਾਦਿਆਂ ਵਰਗੇ ਨੇ ਉਹ। ਅਤੇ ਜੇਕਰ ਸਾਡੇ ਪਿਓ ਪੁੱਤਰ ਬੱਚਿਆਂ ਨੂੰ ਕੋਈ ਗਲਾ ਘੁੱਟ ਕੇ ਮਾਰੇ, ਉਹਦੇ 'ਚ ਕੈਮੀਕਲ ਪਾ ਕੇ ਮਾਰੇ, ਜਾਂ ਉਹਨੂੰ ਰਾਤੀ ਵੱਢੇ ਮਾਰੇ, ਤਾਂ ਉਹ ਮੈਂ ਸਮਝਦਾ ਕਿ ਆਪਦੇ ਬੱਚਿਆਂ ਨੂੰ ਮਾਰ ਰਿਹਾ, ਆਪਦੇ ਮਾਪਿਆਂ ਨੂੰ ਵੱਢ ਰਿਹਾ। ਉਹਦੇ ਵਿੱਚ ਕੋਈ ਫਾਇਦਾ ਆਪਦਾ ਦੇਖ ਰਿਹਾ ਹੈ, ਲੈਣ ਦੇਣ 'ਚ ਕੋਈ ਪੈਸੇ ਦਾ ਲਾਲਚ ਤਾਂ ਸਿਰਫ ਪੈਸੇ ਦਾ ਹੀ ਨਾ, ਜਿਹਨਾਂ ਨੂੰ ਭੁੱਖ ਪਈ ਹੋਈ ਹੈ, ਕਿ ਹਵਸ ਹੈ। ਭੁੱਖ ਤਾਂ ਚਲੋ ਹਰੇਕ ਨੂੰ ਹੁੰਦੀ ਹੈ, ਹਵਸ ਦੇ ਵਿੱਚ ਇਹ ਲੋਕ ਇਹ ਵੀ ਨਹੀਂ ਦੇਖਦਾ ਉਹਦੇ ਬੱਚੇ ਦਾ ਵੀ ਕਤਲ ਕਰ ਰਹੇ ਨੇ। ਅਸੀਂ ਇਹ ਕਹਿੰਦੇ ਕਿ ਉਹ ਬੱਚੇ ਨੇ, ਭਰਾ ਨੇ, ਸਾਡੇ ਮਾਵਾਂ ਨੇ, ਸਾਡੀਆਂ ਨੂੰਹਾਂ ਧੀਆਂ ਨੇ ਇਹ ਰੁੱਖ, ਅਤੇ ਇਹਨਾਂ ਨੂੰ ਵੇਖ ਕੇ ਤਰਸ ਖਾਓ ਥੋੜ੍ਹਾ ਜਿਹਾ। ਅਕਸਰ ਵੈਸੇ ਜੇ ਆਪਾਂ ਗੱਲ ਕਰ ਲਈਏ ਪੁਰਾਣੇ ਟਾਈਮ ਦੀ, ਅਸੀਂ ਕਈ ਵਾਰ ਪਿੰਡ ਦੇ ਵਿੱਚ ਜਾਂਦੇ ਸੀ, ਲੋਕਾਂ ਦੇ ਘਰਾਂ ਦੇ ਵਿੱਚ ਇੰਨਾ ਫਰੂਟ ਲੱਗਿਆ ਹੁੰਦਾ ਸੀ ਕਿ ਮੁੱਲ ਨਹੀਂ ਲੈਣਾ ਪੈਂਦਾ ਸੀ। ਜਾਮਣ ਲਾ ਲਓ, ਅਮਰੂਦ ਲਾ ਲਓ, ਅੰਬ, ਹੈ ਨਾ। ਤੁਸੀਂ ਆਪ ਵੀ ਇਹ ਚੀਜ਼ਾਂ ਦੇਖੀਆਂ ਹੋਣੀਆਂ। ਰੁੱਖ ਪਸੰਦ ਸਾਰੇ ਕਰਦੇ ਆ, ਇਹ ਨਹੀਂ ਕਿ ਪੁਰਾਣੇ ਜ਼ਮਾਨੇ, ਅੱਜ ਵੀ ਰੁੱਖ ਬਹੁਤ ਪਸੰਦ ਕਰਦੇ ਆ, ਟਰੀ ਪਲਾਂਟੇਸ਼ਨ ਬਹੁਤ ਕਰ ਰਹੇ ਨੇ। ਮੈਂ ਉਹਨਾਂ ਨੂੰ ਵੀ ਸੰਦੇਸ਼ ਦਿੰਦਾ ਹੁੰਦਾ ਕਿ ਜਿਹੜੇ ਤੁਸੀਂ ਪੌਦੇ ਲਾ ਰਹੇ ਹੋ, ਇਹ ਪੌਦਿਆਂ ਨੂੰ ਵਧਣ ਦੇ ਵਿੱਚ 20 ਸਾਲ 40 ਸਾਲ ਲੱਗਣਾ ਰੁੱਖ ਬਣਨ ਲੱਗਿਆ। ਜਿਹੜੇ ਰੁੱਖ ਲੱਗੇ ਹੋਏ ਨੇ ਉਹਨਾਂ ਨੂੰ ਤਾਂ ਬਚਾਓ ਨਾ ਨਾਲ ਨਾਲ। ਰੁੱਖਾਂ ਦੀ ਵੈਲਿਊ ਬਹੁਤ ਹੈ। ਅੱਜ ਵੀ ਅਸੀਂ ਘਰਾਂ 'ਚ ਉਦੋਂ ਵੀ ਲਾਉਂਦੇ ਹੁੰਦੇ ਸੀ ਰੁੱਖ, ਸਬਜ਼ੀਆਂ ਸਾਰੀਆਂ ਲਾਉਂਦੇ ਹੁੰਦੇ ਸੀ। ਸੁਖਦੇਵ ਜੀ, ਕਰੋਨਾ ਟਾਈਮ ਦੇ ਵਿੱਚ ਵੀ ਕੀ ਲੱਗਦਾ ਹੈ, ਜੇ ਦਰਖਤਾਂ ਦੀ ਕੀਮਤ ਅਸੀਂ ਨਹੀਂ ਪਹਿਚਾਣ ਸਕੇ, ਤਾਂ ਫਿਰ ਮੈਨੂੰ ਤਾਂ ਲੱਗਦਾ ਨਹੀਂ ਕਿ ਇਸ ਤੋਂ ਮਾੜਾ ਟਾਈਮ ਵੀ ਕੋਈ ਹੋਵੇਗਾ। ਕਰੋਨਾ ਦੇ ਵੀ ਆਪਾਂ ਦੇਖੋ, ਕਿਸੇ ਵੀ ਚੀਜ਼ ਲਾਓ ਤੁਸੀਂ। ਹੁਣ ਅੱਜ ਕਿਸਾਨ ਦੇਖੋ, ਕਿਸਾਨ ਨੇ ਜਦੋਂ ਲਾਣੀ ਸੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਮੌਕਾ ਆ ਗਿਆ, ਬਾਰਿਸ਼ ਆਉਣ ਵਾਲੀ, ਬਾਰਿਸ਼ ਆ ਹੀ ਨਹੀਂ ਰਹੀ। ਬਾਰਿਸ਼ ਦਾ ਉੱਥੇ ਹੀ ਵਸਣਾ ਨਾ। ਅਸੀਂ ਕਹਿੰਦੇ ਚਿਰਾਪੂੰਜੀ ਬਸ ਬਾਰਿਸ਼ ਬਹੁਤ ਆਉਂਦੀ, ਕੇਰਲ 'ਚ ਆਉਂਦੀ, ਉੱਥੇ ਰੁੱਖ ਨੇ ਬਈ, ਉੱਥੇ ਬਚਾਅ ਹੈ। ਰੁੱਖਾਂ ਨੂੰ ਬਚਾਉਣ ਲਈ ਉਹ ਮਰਦੇ ਨੇ ਲੋਕ, ਲੇਕਿਨ ਇੱਥੇ ਅਸੀਂ ਆਪ ਹੀ ਕੱਟੀ ਜਾਂਦੇ ਹਾਂ। ਸਾਡੇ ਕਿਤੇ ਵੀ ਅੜਦਾ ਕਹਿੰਦੇ ਕੱਟ ਕੇ ਪਰਾਂ ਮਾਰੋ, ਆਉਂਦਾ ਸੀ ਰਾਹ, ਢੰਗ ਨਹੀਂ ਲੱਭਦੇ ਹੋਰ ਕੋਈ ਢੰਗ ਵੀ ਇਹਦਾ ਸੋਹਣਾ ਕੀ ਹੋ ਸਕਦਾ। ਜਿਹੜੇ ਉਹ ਰੁੱਖ ਨੇ, ਉਹਨਾਂ ਰੁੱਖਾਂ ਨੂੰ ਬਹੁਤ ਖੂਬਸੂਰਤੀ ਕਿਉਂ ਨਹੀਂ ਦਿੱਤੀ ਜਾਂਦੀ। ਮੇਰਾ ਬੱਚਾ ਹੈ, ਮੈਂ ਉਹਨੂੰ ਪੈਂਟ ਸ਼ਰਟ ਵਧੀਆ ਪਵਾ ਦਿਆਂ, ਇੰਨਾ ਸੋਹਣਾ ਬਣਾ ਦਿਆਂ, ਲੋਕ ਖੜ੍ਹ ਕੇ ਵੇਖਣ ਕੀ ਚੀਜ਼ ਹੈ। ਉਹਦਾ ਪ੍ਰੋਜੈਕਟ ਵੀ ਦਿਸ ਜੂਗਾ ਨਾਲ, ਉਸ ਬਿਲਡਰ ਦਾ ਪ੍ਰੋਜੈਕਟ ਵੀ ਲੋਕ ਦੇਖਣਗੇ ਨਾ ਖੜ੍ਹ ਕੇ ਵੀ ਯਾਰ ਕਿੰਨੇ ਸੋਹਣੇ ਰੁੱਖ ਦੀ ਸ਼ਕਲ ਬਣਾਤੀ ਹੈ। ਕਿ ਰੁੱਖਾਂ ਦੇ ਉੱਤੇ ਜਦੋਂ ਆਪਾਂ ਘਰਾਂ ਦੇ ਵਿੱਚ ਤਾਂ ਲੜੀਆਂ ਵੀ ਲਾਉਂਦੇ ਹਾਂ, ਰੁੱਖਾਂ 'ਤੇ ਬੜੀਆਂ ਸੋਹਣੀਆਂ ਲੱਗਣਗੀਆਂ। ਵੀ ਜੇ ਤੁਹਾਡੇ ਪ੍ਰੋਜੈਕਟ ਦੇ ਅੱਗੇ ਅਗਰ ਰੁੱਖ ਆ ਗਏ, ਉਹਨੂੰ ਡੈਕੋਰੇਟ ਕਰ ਦਿਓ ਨਾ, ਇੰਨਾ ਸੋਹਣਾ ਕਰ ਦਿਓ ਕਿ ਲੋਕ ਦੇਖਣ ਖੜ੍ਹ ਕੇ ਵੀ ਯਾਰ ਕੀ ਹੈ। ਉੱਥੇ ਤੁਸੀਂ ਲਾਓ ਆਪਦਾ ਕੁਛ ਜਿਹੜਾ ਲਾਣਾ, ਡਿਪਾਰਟਮੈਂਟ ਤੋਂ ਪਰਮਿਸ਼ਨ ਲੈ ਕੇ। ਅੱਛਾ, ਜਿਹੜੀ ਗੱਲ ਤੁਸੀਂ ਗੱਲ ਆਖੀ ਹੈ, ਇਹ ਚੀਰਾ ਲਾ ਦਿੱਤਾ ਜਾਂਦਾ ਦਰਖਤਾਂ ਨੂੰ, ਜਾਂ ਅੱਧੇ ਨੂੰ ਵੱਢ ਦਿੱਤਾ ਜਾਂਦਾ, ਫਿਰ ਉਹਨੂੰ ਲੁਕਾਇਆ ਕਿਵੇਂ ਜਾਂਦਾ? ਉਹ ਫਿਰ ਇੱਕ ਵਾਰੀ ਜਦੋਂ ਲਾ ਕੇ ਉਹਦੇ ਉੱਤੇ ਮਿੱਟੀ ਮੁੱਟੀ ਪਾ ਦਿੰਦੇ ਆ ਜੀ, ਮਿੱਟੀ ਲਾ ਕੇ ਵੀ ਦਿਸੇ ਨਾ ਕਿਸੇ ਨੂੰ, ਅਤੇ ਉਹ ਫਿਰ ਉਹ ਟੁੱਟ ਜਾਂਦੇ, ਦਿਖਦੇ ਰਾਤੋਂ ਰਾਤ ਕੰਮ ਹੋ ਜਾਂਦਾ। ਅਫਸਰਾਂ ਨੂੰ ਪਤਾ ਹੁੰਦਾ, ਕੋਈ ਵੀ ਅਫਸਰ ਦੇ ਬਿਨਾਂ ਨਹੀਂ ਕੁਛ ਹੋ ਸਕਦਾ। ਜੇਕਰ ਇਹ ਬਿਲਡਰ ਇਹੋ ਜਿਹਾ ਕੰਮ ਕਰਦੇ ਨੇ ਜਿਸ ਤਰ੍ਹਾਂ ਤੁਸੀਂ ਦੋਸ਼ ਲਾ ਰਹੇ ਹੋ, ਹੈ ਨਾ, ਤਾਂ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਵੀ ਪਹੁੰਚ ਕਰ ਸਕਦੇ ਨੇ। ਉਹਨਾਂ ਨੂੰ ਕਹਿ ਸਕਦੇ ਨੇ ਕਿ ਸਾਡੇ ਪ੍ਰੋਜੈਕਟ ਦੇ ਸਾਹਮਣੇ ਆ ਕੋਈ ਦਰਖਤ ਹੈ, ਦਿੱਕਤ ਕਰ ਰਿਹਾ, ਅਤੇ ਉਸ ਲਈ ਕੋਈ ਪ੍ਰਸ਼ਾਸਨ ਵੱਲੋਂ ਵੀ ਕੋਈ ਕੁਛ ਚਲਾਇਆ ਜਾ ਸਕਦਾ ਹੈ, ਜਾਂ ਉਸ 'ਤੇ ਗੌਰ ਕਰੀ ਜਾ ਸਕਦੀ ਹੈ। ਮਤਲਬ ਇਹ ਜ਼ਰੂਰੀ ਹੈ ਕਿ ਉਸ ਨੂੰ ਆਪ ਹੀ ਵੱਢਣਾ? ਨਹੀਂ, ਪਰਮਿਸ਼ਨ ਹੈ, ਪ੍ਰੋਪਰ ਪਰਮਿਸ਼ਨ ਹੈ। ਜਿਵੇਂ ਤੁਸੀਂ ਪੋਲਿਊਸ਼ਨ ਦਾ ਪਰਮਿਸ਼ਨ ਲੈਂਦੇ ਹੋ, ਫਾਇਰ ਫਾਈਟਿੰਗ ਦਾ ਪਰਮਿਸ਼ਨ ਲੈਂਦੇ ਹੋ, ਹਰ ਪਰਮਿਸ਼ਨ ਲੈਂਦੇ ਡਿਪਾਰਟਮੈਂਟ ਤੋਂ। ਉਹੀ ਡਿਪਾਰਟਮੈਂਟ ਫੋਰੈਸਟ ਤੋਂ ਵੀ ਲੈਣਾ। ਬਸ ਐਡੀ ਗੱਲ ਹੈ ਵੀ ਰੁੱਖ ਕੱਢ ਦਿਓ, ਦੇ ਦੇਣਗੇ। ਉਹਨਾਂ ਦੀ ਪਾਲਿਸੀ ਹੈ, ਇੰਨੇ ਰੁੱਖ, ਕਿੰਨੇ ਤੁਹਾਡੇ ਰੁੱਖ 20 ਅੱਗੇ ਰੁੱਖ ਆਉਂਦੇ ਨੇ, ਕੋਈ ਨਹੀਂ, ਇੰਨੇ ਪੈਸੇ ਭਰੋ, ਇੰਨੇ ਰੁੱਖ ਉੱਥੇ ਲਾਣੇ ਨੇ, ਕੋਈ ਗੱਲ ਨਹੀਂ। ਅਸੀਂ ਰੁੱਖ ਕੱਟਣ ਦੇ ਉਹਦਾ ਨਹੀਂ ਖਿਲਾਫ ਹੈਗੇ। ਅਸੀਂ ਇਹ ਕਹਿੰਦੇ ਕਿ ਇੱਕ ਪਰਮਿਸ਼ਨ ਹੈ, ਜਿੱਥੇ ਜ਼ਰੂਰਤ ਹੈ ਵੀ ਕੱਟੀ ਨਹੀਂ ਪੈਣਗੇ, ਇੱਥੇ ਕੱਟਣ ਦੀ ਜ਼ਰੂਰਤ ਹੀ ਹੈਗੀ ਹੈ। ਰਾਹ ਕਿਤੇ ਵਾਰੀ ਵੱਡਾ ਕਰਨਾ ਪੈਂਦਾ ਹੈ, ਕੋਈ ਗੱਲ ਨਹੀਂ। ਅਗਰ 10 ਕੱਟੇ ਨੇ ਤਾਂ ਉਹਨਾਂ ਦਾ 9 ਮੈਂ ਮੰਨ ਲਓ 100 ਜਾਂ 1000 ਕਿਤੇ ਹੋਰ ਲਾਓ, ਕਿੱਥੇ ਐਡੇ ਵੱਡੇ ਰੁੱਖ ਲੱਗਣਗੇ। ਅਗਰ 9 ਪਰਮਿਸ਼ਨ ਲੈ ਕਰਦੇ ਸਾਨੂੰ ਕੋਈ ਦਿੱਕਤ ਨਹੀਂ, ਕਿਉਂਕਿ ਉਹ ਡਿਪਾਰਟਮੈਂਟ ਨੇ ਦੇਖਣਾ। ਗੱਲ ਤੁਸੀਂ ਪਰਮਿਸ਼ਨ ਦੀ ਕੀਤੀ ਹੈ, ਪਰ ਅਸੀਂ ਦੇਖਣ ਨੂੰ ਇਹ ਮਿਲ ਰਿਹਾ ਪਿਛਲੇ ਲੰਬੇ ਸਮੇਂ ਦੇ ਵਿੱਚ, ਜੇਕਰ ਪਿਛਲੇ ਕੁਝ ਸਾਲਾਂ ਦੀ ਗੱਲ ਕਰੀਏ, ਤਾਂ ਦਰਖਤ ਵੱਢਦੇ ਜ਼ਿਆਦਾ ਦੇਖੇ ਨੇ,
ਪਰ ਲੱਗਦਾ ਕੋਈ ਹੈ। ਰੁੱਖ ਇਹਨਾਂ ਦਾ ਆਪਣਾ ਇੱਕ ਜੋ ਕ੍ਰਾਈਟੇਰੀਆ ਇਹਨਾਂ ਨੇ ਬਣਾਇਆ ਲਗਾਉਣ ਦਾ ਕਿ ਅਸੀਂ ਅਗਰ 100 ਰੁੱਖ ਲਾਉਂਦੇ ਹਾਂ, ਜੇ ਉਹ 20 ਪੌਦੇ 100 ਪੌਦਿਆਂ 'ਚੋਂ 20 ਪੌਦੇ ਅਗਰ ਰੁੱਖ ਬਣ ਜਾਣ, ਸਾਡਾ ਮਿਸ਼ਨ ਕਾਮਯਾਬ ਹੈ। ਲੇਕਿਨ ਹੁੰਦੇ ਨਹੀਂ, 3 ਵੱਧਦੇ ਨੇ। 100 ਪੌਦੇ ਲਾਉਣੇ ਆ, 3 ਰੁੱਖ ਬਣਦੇ ਨੇ। ਤਾਂ ਤੁਸੀਂ ਇਹ ਲਾਓ ਕਿ ਜਿਹੜੇ 100 ਸਾਲ 50 ਸਾਲ ਰੁੱਖ ਨੇ, ਕਿੰਨੇ ਰੁੱਖ ਲਾਏ ਹੋਣਗੇ, ਇੱਕ ਰੁੱਖ ਬਣਿਆ ਹੋਣਾ। ਅਤੇ ਉਸ ਰੁੱਖ ਨੂੰ ਜਦੋਂ ਵੱਢ ਦਿੰਦੇ ਨੇ ਤੇ ਲਾਏ ਘੱਟ, ਲਾਏ ਕਿੰਨੇ, ਕੋਸ਼ਿਸ਼ਾਂ ਲੱਗੀਆਂ ਹੋਈਆਂ ਨੇ, ਹੁਣ ਕਿਤੇ ਲਗਾ ਰਹੇ ਨੇ। ਵੈਸੇ ਅਕਸਰ ਦੇਖਿਆ ਜਾਂਦਾ ਕੁਝ ਲੋਕ ਮੁਹਿੰਮ ਸ਼ੁਰੂ ਕਰਦੇ ਨੇ, ਕੋਸ਼ਿਸ਼ ਕਰਦੇ ਨੇ, ਰੁੱਖ ਲਾਉਂਦੇ ਨੇ, ਪਰ ਉਹ ਰੁੱਖ ਅਗਲੇ ਦਿਨ ਸੁੱਕ ਜਾਂਦਾ ਹੈ ਜਾਂ 2-3 ਦਿਨ ਬਾਅਦ ਜਦੋਂ ਤੁਸੀਂ ਉਸ ਰੁੱਖ ਨੂੰ ਦੇਖੋਗੇ ਤਾਂ ਉਹ ਸੁੱਕ ਜਾਂਦਾ ਹੈ। ਤਾਂ ਕੀ ਲੱਗਦਾ ਆਪਣੀ ਵੀ ਬੰਦੇ ਦੀਆਂ ਕੁਝ ਅੰਗੈਲੀਆਂ ਰਹਿ ਜਾਂਦੀਆਂ? ਬਿਲਕੁਲ ਜੀ ਸਰ, ਫੋਟੋ ਦਾ ਵੀ ਫੋਟੋ ਖਿਚਵਾ ਲਈ, ਮੈਂ ਲਾਤਾ ਜੀ, ਮੈਂ ਜਨਮ ਦਿਨ 'ਤੇ ਲਾਤਾ, ਜਿੰਨੇ ਲਾਇਆ ਹੈ ਅਸੀਂ ਕਹਿੰਦੇ ਉਸ ਥਾਂ 'ਤੇ ਲਾਓ ਨਾ। ਇੱਕ ਤਾਂ ਸਰਕਾਰ ਦੀ ਕੋਈ ਥਾਂ ਐਸੀ ਨਾ ਹੋ ਜਿੱਥੇ ਅੜਚਨ ਹੋਵੇ, ਕੱਲ੍ਹ ਨੂੰ ਕੱਟਣੇ ਪੈਣ। ਬਿਲਕੁਲ ਪ੍ਰੋਪਰ ਸਰਕਾਰ ਨੂੰ ਪੁੱਛ ਕੇ ਲਾਓ ਵੀ ਹਾਂ ਵੀ ਇੱਥੇ ਅਸੀਂ ਲਾਈਏ, ਇਹ ਥਾਂ ਹੈਗੀ ਸਰਕਾਰੀ ਥਾਂ, ਇੱਥੇ ਅਸੀਂ ਲਾ ਦਿੰਦੇ ਹਾਂ। ਜੇ ਸਰਕਾਰੀ ਸ਼ਾਮਲਾਤ 'ਤੇ ਲਾਤੀ ਤੁਸੀਂ, ਮੰਨ ਲਓ ਉਹ ਸ਼ਾਮਲਾਤ ਕੱਲ੍ਹ ਨੂੰ ਕੋਈ ਚੀਜ਼ ਬਣ ਜੇ, ਉਹਦੇ ਸਾਰੇ ਫਿਰ ਕੱਟੇ ਜਾਣਗੇ। ਕੋਈ ਐਸੀ ਥਾਂ 'ਤੇ ਲਾਓ, ਬਹੁਤ ਸੋਹਣੀ ਥਾਂ 'ਤੇ, ਜਿੱਥੇ ਕਦੀ ਕਟੀਨ ਨਾ, ਉਹ ਵੱਡੇ ਵਧਣ, ਪੂਰੇ ਵਧੀਆ ਲੱਗਣ। ਔਰ ਜਿਹੜੇ ਟਰੀ ਪਲਾਂਟੇਸ਼ਨ ਕਰ ਰਹੇ ਨੇ ਲੋਕ, ਬਹੁਤ ਅੱਛੀ ਗੱਲ ਹੈ, ਮੈਂ ਇਹਨੂੰ ਕਦੀ ਮਾੜਾ ਨਹੀਂ ਕਹਿੰਦਾ, ਬਹੁਤ ਵਧੀਆ ਹੈ। ਲੇਕਿਨ ਉਹਨੂੰ ਸੰਭਾਲੋ ਵੀ ਨਾ, ਜਿਵੇਂ ਤੁਸੀਂ ਗੱਲ ਕਹਿ ਰਹੇ ਹੋ, ਉਹਨੂੰ ਪਾਣੀ ਵੀ ਪਾਉਣਾ ਟਾਈਮ ਦੀ ਟਾਈਮ। ਮੈਂ ਆਪਦਾ ਇੱਕ ਬੱਚੇ ਦਾ, ਮੈਂ ਬਰਥਡੇ 'ਤੇ ਲਾਤਾ, ਆਪਦੇ ਬਰਥਡੇ 'ਤੇ ਮੈਂ ਉਹਨੂੰ ਲਾਇਆ ਬਹੁਤ ਸੋਹਣਾ, ਉਹਨੂੰ ਮੈਂ ਇੱਕ ਨਾਮ ਦੇ ਦਿੰਦਾ ਕਿ ਇਹ ਰਮੇਸ਼ ਕੁਮਾਰ, ਇਹ ਮੇਰਾ ਭਤੀਜਾ ਹੈ, ਮੇਰਾ ਦੋਸਤ ਹੈ ਰਮੇਸ਼ ਕੁਮਾਰ। ਉਹ ਰਮੇਸ਼ ਕੁਮਾਰ ਦੀ ਸੰਭਾਲ ਮੇਰੀ ਡਿਊਟੀ ਹੋਵੇ ਕਿ ਮੈਂ ਜਦੋਂ ਮੈਨੂੰ ਫੀਲ ਹੋਵੇ ਮੈਂ ਰਮੇਸ਼ ਕੁਮਾਰ ਪਾਣੀ ਪਾ ਕੇ ਆਉਣਾ, ਉਹਨੂੰ ਮੈਂ ਮੌਕੇ 'ਤੇ ਚੀਜ਼ ਦੇਣੀ ਹੈ। ਤਾਂ ਉਹ ਪਾਣੀ ਅਗਰ ਪੈਂਦਾ ਰਹੇਗਾ ਤਾਂ ਉਹ ਰੁੱਖ ਬਣ ਜਾਏਗਾ। ਇੱਕ ਵਾਰੀ ਥੋੜ੍ਹਾ ਚੱਲਣ ਦੀ ਦੌਰ ਹੈ, ਫਿਰ ਅੱਗੇ ਚੱਲ ਪੈਂਦੇ ਜੀ ਆਪੇ ਫਿਰ। ਲੇਕਿਨ ਉਹ ਸੁੱਕਦੇ ਇਸੇ ਕਰਕੇ ਨੇ ਕਿ ਉਹਨਾਂ ਦੀ ਸੰਭਾਲ ਨਹੀਂ। ਅਸੀਂ ਇੱਕ ਵਾਰੀ ਲਾਤਾ ਰੁੱਖ, ਪੁੱਛੋ ਕਦੀ ਕਿਸੇ ਨੇ, ਜਿਹਨੇ ਵੀਡੀਓ ਪਾਈਆਂ ਪਹਿਲਾਂ, ਜਾਂ ਕਿਸੇ ਨੇ ਬਰਥਡੇ 'ਤੇ ਮੈਂ ਰੁੱਖ ਲਾਇਆ, ਪੌਦਾ ਲਾਇਆ, ਉਹਨੂੰ ਕਦੀ ਉਹ ਪੌਦਾ ਦਿਖਾਓ ਕਿੱਥੇ ਹੈਗਾ ਉਹ। ਵੈਸੇ ਜ਼ੀਰਕਪੁਰ ਦੀ ਗੱਲ ਕਰੀਏ, ਦੇਖਣ ਨੂੰ ਇਹੀ ਮਿਲਦਾ ਹੈ ਕਿ ਫਲੈਟ ਹੋ ਗਏ ਨੇ, 10-10 ਮੰਜ਼ਿਲਾਂ ਇਮਾਰਤਾਂ ਹੋ ਗਈਆਂ ਨੇ, ਅਤੇ ਲੋਕ ਰੁੱਖਾਂ ਦੀ, ਜਿਸ ਤਰ੍ਹਾਂ ਆਪਾਂ ਕਹਿ ਦਈਏ ਪਿਛਲੇ ਸਮੇਂ ਦੇ ਵਿੱਚ ਕਟਾਈ ਜ਼ਿਆਦਾ ਹੋਈ ਹੈ, ਅਤੇ ਲੋਕ 5ਵੀਂ 6ਵੀਂ ਮੰਜ਼ਿਲ 'ਤੇ ਹੁਣ ਪੌਦੇ ਰੱਖਣ ਲੱਗ ਗਏ ਨੇ। ਕਿਉਂਕਿ ਮੈਂ ਇੱਕ ਵਾਰ ਗਿਆ ਸੀ ਨਰਸਰੀ ਵਾਲੇ ਕੋਲ, ਅਤੇ ਉਹਨੇ ਵੀ ਇੱਕ ਗੱਲ ਕਹੀ ਸੀ ਕਿ ਕਿਸੇ ਸਮੇਂ ਆਕਸੀਜਨ ਦੀ ਇੰਨੀ ਕਮੀ ਆ ਜਾਣੀ ਹੈ ਕਿ ਲੋਕਾਂ ਨੇ ਟੌਪ ਫਲੋਰ 'ਤੇ ਰਹਿਣਾ ਅਤੇ ਗਮਲੇ ਰੱਖਿਆ ਕਰਨੇ ਤਾਂ ਕਿ ਸਾਹ ਲਈ ਆਕਸੀਜਨ ਆਵੇ। ਨਹੀਂ ਜੀ, ਉਹ ਵੀ ਤੁਹਾਡੀ ਠੀਕ ਹੈ ਕਿ ਬਿਲਡਰ ਹੁਣ ਇਹ ਵੀ ਸੋਚਣ ਲੱਗ ਪਏ ਨੇ ਕਿ ਹਰ ਫਲੈਟ ਦੇ ਵਿੱਚ ਅਸੀਂ ਉਹਨੂੰ ਪਾਈਪ ਦੇ ਦਿੰਦੇ ਹਾਂ ਆਕਸੀਜਨ ਦੀ, ਉਹਦੇ 'ਚ ਸਪੈਸੀਫਿਕੇਸ਼ਨ ਆ ਜਾਣਗੀਆਂ ਕਿ ਇਸ ਜਿਹੜੀ ਬਿਲਡਿੰਗ ਹੈ, ਇਸ ਅਸੀਂ ਜਿਹੜੇ ਸਾਡੇ ਫਲੈਟ ਨੇ, ਐਸੇ ਫਲੈਟਾਂ 'ਚ ਅਸੀਂ ਆਕਸੀਜਨ ਦੇਤੀ ਹੈ। ਤਾਂ ਹੁਣ ਲੋਕ ਆਕਸੀਜਨ ਇਸ ਤਰੀਕੇ ਨਾਲ ਲੈਣ, ਕਿਉਂਕਿ ਲੋਕ ਤਿਆਰ ਹੋ ਗਏ ਨੇ। ਅੱਛਾ, ਇੱਥੇ ਆਕਸੀਜਨ ਵੀ ਹੈਗੀ ਹੈ ਤਾਂ ਇਹ ਲੈ ਲਓ। ਤਾਂ ਉਹ ਐਮਿਨਿਟੀਜ਼ ਦੇ ਤੌਰ 'ਤੇ ਲੋਕ ਆਕਸੀਜਨ ਨੂੰ ਵੀ, ਕਿਉਂਕਿ ਪੌਦੇ ਤਾਂ ਸਾਰੇ ਰੁੱਖ ਤਾਂ ਵੱਢੇ ਜਾਣੇ ਨੇ, ਕਿਉਂਕਿ ਲੋਕ ਵੀ ਰੁੱਖੇ ਹੋ ਚੁੱਕੇ ਨੇ। ਮੈਂ ਇਹ ਵੇਖਿਆ ਕਿ ਇਹਨਾਂ ਰੁੱਖਾਂ ਕਰਕੇ ਲੋਕ ਇੰਨੇ ਰੁੱਖੇ ਨੇ ਕਿ ਹੁਣ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੋ ਰਿਹਾ। ਉਹ ਨਹੀਂ ਤਾਂ ਸਾਡੇ ਸੰਘਰਸ਼ ਦੇ ਵਿੱਚ ਅੱਜ ਅਗਰ ਅਸੀਂ 200-300 ਬੰਦੇ ਭੱਜੇ ਫਿਰਦੇ ਹਾਂ, ਤਾਂ ਟੀਮ ਦੇ ਵਿੱਚ, ਇਹ ਟੀਮ ਦੇ ਵਿੱਚ ਸਾਡੇ 15 ਬੰਦੇ ਹੈਗੇ ਨੇ। ਅਗਰ ਹਰ ਬੰਦਾ ਜਾਗਰੂਕ ਹੋਵੇ, ਇਸ ਗੱਲ ਵਾਸਤੇ ਆਵਾਜ਼ ਉਠਾਵੇ, ਜੇ ਰੁੱਖ ਕੱਟੇ ਜਾ ਰਹੇ ਨੇ, ਉਹਨਾਂ ਨੂੰ ਇਹ ਲੱਗਦਾ ਕਿ ਠੇਕਾ ਅਸੀਂ ਲੋਕਾਂ ਨੇ ਲੈ ਲਿਆ, ਜਿਹੜੇ ਟਰੀ ਪਲਾਂਟੇਸ਼ਨ ਕਰ ਰਹੇ ਜਾਂ ਤਾਂ ਉਹਨਾਂ ਨੇ ਲੈ ਲਿਆ, ਜਾਂ ਇਹ ਬਚਾਅ ਕਰਦੇ ਨੇ, ਸੇਵ, ਅਸੀਂ ਟਰੀ ਮੂਵਮੈਂਟ ਰੱਖੀ ਇੱਕ ਸੇਵ ਟਰੀ ਮੂਵਮੈਂਟ, ਅਤੇ ਵੀ ਉਹ ਇਹ ਆਪੇ ਕਰੀ ਜਾਣਗੇ, ਸਾਡਾ ਕੀ ਕੰਮ ਆ। ਤੁਸੀਂ ਗੱਲ ਕਰੀਏ ਸੇਫ ਟਰੀ ਮੂਵਮੈਂਟ, ਹੈ ਨਾ, ਇਸ ਮੂਵਮੈਂਟ ਦੇ ਵਿੱਚ ਤੁਸੀਂ ਕੱਟਦੇ ਹੋਏ ਰੁੱਖਾਂ ਨੂੰ ਬਚਾਉਂਦੇ ਹੋ ਜਾਂ ਦਰਖਤ ਜਿਹੜੇ ਲਾਉਂਦੇ ਵੀ ਹੋ? ਨਹੀਂ, ਸਾਡਾ ਲਾਉਣ ਦਾ ਸਾਡਾ ਵੀ ਹੈਗਾ, ਅਸੀਂ ਕਿਸੇ ਨੂੰ ਮੁਹੱਈਆ ਕਰਾਉਣੇ ਨੇ। ਅਸੀਂ ਕਿਸੇ ਦਾ ਜਨਮ ਦਿਨ ਨੂੰ ਰਿਕੁਐਸਟ ਕਰਦੇ ਹਾਂ ਵੀ ਤੇਰੇ ਘਰੇ 5 ਬਰਥਡੇ ਐਨੀਵਰਸਰੀਆਂ ਮਿਲਾ ਕੇ 5 ਤਾਂ ਹਰ ਘਰ 'ਚ ਹੁੰਦੀ ਫੈਮਿਲੀ, ਹੈ ਨਾ, ਇੱਕ ਫੈਮਿਲੀ 'ਚ 5 ਰੁੱਖ ਤਾਂ ਪੌਦੇ ਲਾ ਹੀ ਸਕਦੇ ਨਾ। ਹਰ ਸਾਲ ਤੁਸੀਂ 5 ਪੌਦੇ ਲਾਓ, ਲੇਕਿਨ ਲਾਓ ਉਹ ਉੱਥੇ ਉਸ ਥਾਂ 'ਤੇ ਲਾਇਆ ਜੇ ਜਿੱਥੇ ਤੁਸੀਂ ਸੰਭਾਲ ਕਰ ਸਕੋ, ਪਲ ਵੀ ਜਾਣ, ਸੰਭਾਲ ਵੀ ਕਰ ਸਕੋ। ਜੇ ਤੁਸੀਂ ਕਹੋ ਵੀ ਅੱਜ ਮੈਂ ਫੋਟੋ ਕਰਾ ਲਈ, ਆਪਦੇ ਗਰੁੱਪਾਂ 'ਚ ਪਾਤੀ, ਦੇਖ ਮੈਂ ਬਰਥਡੇ 'ਤੇ ਲਾਤਾ, ਅਗਲੇ ਬਰਥਡੇ 'ਤੇ ਉਹਨੂੰ ਪੁੱਛੀ ਤਰ੍ਹਾਂ ਪਿੱਛੇ ਲਾ ਕਿੱਥੇ ਹੈ, ਅਤੇ ਉਹਨੂੰ ਪਤਾ ਨਾ ਹੋਵੇ ਤਾਂ ਕੋਈ ਫਾਇਦਾ ਨਹੀਂ। ਉਹ ਸਭ ਬੇਵਕੂਫੀਆਂ ਨੇ ਸਾਡੀਆਂ, ਐਵੇਂ ਅਸੀਂ ਲਾ ਕੇ ਖਰਾਬ ਕਰਦੇ ਸਕੋ। ਉਹ ਪੌਦਾ ਕਿਸੇ ਹੋਰ ਨੂੰ ਦੇ ਦਿਓ, ਕਿਸੇ ਚੰਗੀ ਥਾਂ 'ਤੇ ਲੱਗ ਜਾਏਗਾ ਨਾ, ਐਵੇਂ ਖਰਾਬ ਕਰਨ ਨਾ। ਫਿਲਹਾਲ ਜੇਕਰ ਗੱਲ ਕਰੀਏ ਜੰਗਲਾਤ ਮਹਿਕਮੇ ਵਾਲਿਆਂ ਦੀ, ਜਿਹੜੀ ਜਾਂਚ ਵੀ ਹੋਈ ਹੈ, ਇਹਨਾਂ ਨੇ ਕੀਤੀ ਹੈ ਪਿੱਛੇ ਜੀ, ਇਹਨਾਂ ਦੀ ਕਾਰਵਾਈ ਤੋਂ ਕਿੰਨਾ ਖੁਸ਼ ਹੋ? ਨਾ ਜੀ, ਜਰਾ 0% ਰੇਂਜ ਆਫਿਸਰ ਸੁਖਵਿੰਦਰ ਜੀ ਨੇ, ਮੈਂ ਨਾਮ ਲੈਣਾ ਵੀ ਕੋਈ ਮੈਂ ਉਹਦੇ 'ਚ ਬੁਰਾ ਨਹੀਂ ਸਮਝਦਾ। ਬਲਾਕ ਆਫਿਸਰ ਜੀ ਨੇ, ਉਹਨਾਂ ਨਾਮ ਸ਼ਾਇਦ ਰਾਜਕੁਮਾਰ ਜੀ ਨੇ, ਜੋ ਗਾਰਡ ਵੀ ਹੈਗਾ, ਗਾਰਡ ਦਾ ਪਹਿਲਾਂ ਸੀ ਕੌਣ ਸੀ ਗਾਰਡ ਸੀ, ਇਹਨਾਂ ਸਾਰਿਆਂ ਨੂੰ ਕਹਿ ਕੇ ਥੱਕ ਗਏ। ਤੁਹਾਡੀ ਡਿਊਟੀ ਹੈ, ਕਾਰਵਾਈਆਂ ਹੋਣਗੀਆਂ ਤੁਹਾਡੇ 'ਤੇ, ਛੱਡਦੇ ਨਹੀਂ ਇਹਨਾਂ ਨੂੰ। NGT ਅਗਰ ਨਹੀਂ, NGT ਦਾ ਦੇਖੋ, NGT ਦੇ ਵਿੱਚ ਮਸਲਾ ਜਾਏਗਾ। ਅਸੀਂ ਹਾਈ ਕੋਰਟ ਦੇ ਵਿੱਚ ਜੱਜ ਸਾਹਿਬ, ਸਾਡੇ ਵਕੀਲ ਸਾਹਿਬ ਨੂੰ ਗੱਲ ਕੀਤੀ, ਅਸੀਂ ਉਹ ਕਹਿੰਦੇ ਮੈਂ ਪਾਵਾਂ ਕੇਸ ਅਗਰ NGT ਕੁਛ ਨਹੀਂ ਕਰਦਾ ਤਾਂ। ਅਸੀਂ ਇਹਨਾਂ ਨੂੰ ਛੱਡਦੇ ਨਹੀਂ। ਕੀ ਲੱਗਦਾ ਅਧਿਕਾਰੀਆਂ ਵੱਲੋਂ ਕਮੀ ਕੀ ਹੈ? ਕਮੀ ਮੰਤਰੀ, ਲੀਡਰ, ਪੈਸਾ, ਬਿਲਡਰ, ਬਸ ਬਿਲਡਰਾਂ ਨੇ ਪੈਸਾ ਦਿੱਤਾ ਇਹਨਾਂ ਨੂੰ ਚੁੱਪ ਕਰਾਉਣ ਵਾਸਤੇ। ਜਿਹਨੇ ਪੈਸਾ ਖਾ ਲਿਆ ਉਹਨੂੰ ਹੁੰਦਾ ਮੈਂ ਚੁੱਪ ਹੁਣ ਕਿਵੇਂ ਕਰਾਂ,
ਵੀ ਇਹਨੂੰ ਹੁਣ ਕਿਵੇਂ ਦਬਾਈਏ ਸੌਦੇ ਨੂੰ। ਜੇ ਇਹਨਾਂ ਨੇ ਪੈਸਾ ਨਹੀਂ ਖਾਧਾ, ਵੱਡੇ ਅਫਸਰਾਂ ਨੇ ਖਾ ਲਿਆ, ਵੱਡਿਆਂ ਨੇ ਨਹੀਂ ਖਾਧਾ ਤਾਂ ਮੰਤਰੀਆਂ ਨੇ ਫੋਨ ਕਰਤੇ ਇਹਨਾਂ ਨੂੰ ਵੀ ਛੇੜਨਾ ਨਹੀਂ ਤੁਸੀਂ ਇਹਨਾਂ ਨੂੰ, ਕਿਉਂਕਿ ਬਿਲਡਰਾਂ ਦੀ ਸਾਂਠ ਗਾਂਠ ਸਿੱਧੀ ਮੰਤਰੀਆਂ ਨਾਲ। ਪਰ ਇਸ ਤਰ੍ਹਾਂ ਦੇ ਇਲਜ਼ਾਮ ਲਾਣਾ ਕੀ ਵਾਜਿਬ ਰਹੂਗਾ, ਕਿਉਂਕਿ ਬਿਨਾਂ ਕਿਸੇ ਸਬੂਤਾਂ ਤੋਂ ਆਪਾਂ ਇਹ ਐਡੀ ਵੱਡੀ ਗੱਲ ਕਰ ਸਕਦੇ ਹਾਂ? ਸਰ ਸਬੂਤ ਦੀ ਲੋੜ ਹੀ ਨਹੀਂ ਹੁੰਦੀ। ਸਬੂਤ ਮੈਂ ਕਿਉਂ ਇਹਨਾਂ ਨੂੰ ਬੋਲਦਾ? ਇਹ ਮੇਰੇ ਤੇ ਦਾਅਵਾ ਕਿਉਂ ਨਹੀਂ ਕਰਦੇ ਮਾਨਹਾਨੀ ਦਾ? ਇੱਕ ਬੰਦੇ ਦੀ ਡਿਊਟੀ ਹੈ, ਇੱਕ ਬੰਦੇ ਦੀ ਡਿਊਟੀ ਹੈ ਕਿ ਇੱਥੇ ਇੱਕ ਵੀ ਰੁੱਖ ਕਟੀਣਾ ਨਹੀਂ ਚਾਹੀਦਾ, ਉੱਥੇ ਰੋਜ਼ ਰੁੱਖ ਕਟੀ ਰਹੇ ਨੇ, ਉਹਦੀ ਡਿਊਟੀ ਹੈ, ਉਹ ਇਲਜ਼ਾਮ ਹੈ ਉਹਦੇ ਤੇ। ਫੀਸ ਤਾਂ ਨਹੀਂ ਕੱਟੇ ਜਾ ਰਹੇ ਨਾ, ਇੱਕ ਬੰਦਾ ਕੱਟ ਰਿਹਾ। ਤੇ ਅਗਰ ਮੈਂ ਕਹਿੰਦਾ ਲੋਕਾਂ ਦੇ ਟੈਕਸ ਦਾ ਜਿਹੜਾ ਪੈਸਾ ਹੈ ਉਹਦੀ ਤਨਖਾਹ ਜਿਹੜੀ ਇਹਨਾਂ ਨੂੰ ਦਿੱਤੀ ਜਾਂਦੀ ਹੈ, ਪਰ ਤਨਖਾਹ ਦਿੱਤੀ ਜਾ ਰਹੀ ਹੈ। ਅਗਰ ਇੱਕ ਰੁੱਖ ਕੱਟਿਆ ਗਿਆ, ਤੁਹਾਨੂੰ ਪਤਾ ਲੱਗਾ ਇਹਨੇ ਕੱਟਤਾ, ਜੇ ਤੁਸੀਂ ਕਾਰਵਾਈ ਨਹੀਂ ਕਰ ਰਹੇ, ਤੁਸੀਂ ਇਨਵੋਲਵ ਹੋ ਵਿੱਚ, ਤੁਸੀਂ ਕਾਰਵਾਈ ਨਹੀਂ ਕਰ ਰਹੇ ਉਸ ਦੇ ਵਿੱਚ। ਮੰਤਰੀ ਕਹਿੰਦਾ, ਧਰਮ ਮੰਤਰੀ ਨੇ ਉਹਨਾਂ ਦੇ ਨਾਮ ਤੱਕ ਲਿਆ ਵੀ ਤੁਹਾਨੂੰ ਪਤਾ ਇਹਨੇ ਰੁੱਖ ਕੱਟੇ ਜਾ ਰਹੇ ਨੇ, ਅਫਸਰਾਂ 'ਤੇ ਕਾਰਵਾਈ ਕਿਉਂ ਨਹੀਂ ਕਰਦੇ? ਇਹਦਾ ਮਤਲਬ ਤੁਸੀਂ ਰਲੇ ਹੋਏ ਹੋ। ਜੇ ਉਹਨਾਂ ਨੇ ਰਲੇ ਅਫਸਰ, ਅਗਰ ਛੋਟੇ ਅਫਸਰ 'ਤੇ ਕਾਰਵਾਈ ਨਹੀਂ ਕਰਦਾ, ਵੱਡਾ ਅਫਸਰ ਰਲਿਆ ਹੈ। ਜੇਕਰ ਅਸੀਂ ਰੌਲਾ ਪਾਈ ਜਾਂਦੇ, ਅਸੀਂ ਦਿਖਾ ਤੇ ਸਾਰਾ ਕੁਛ ਵੀ ਯਾਰ, ਉਸ ਤੋਂ ਬਾਅਦ ਇਹਨਾਂ ਨੇ ਕਿਹਾ 10-10 ਫੁੱਟ ਦੇ ਅਸੀਂ ਰੁੱਖ ਲਾ ਦਿਆਂਗੇ, ਤੁਹਾਡੇ ਸਾਹਮਣੇ ਤੁਸੀਂ ਵੀ ਕਵਰੇਜ ਕੀਤੀ ਸੀ, ਉੱਥੇ ਬਿਲਡਰ ਤੋਂ ਲੈ ਕੇ ਫੈਂਸੀ ਰੁੱਖ ਲਾਤੇ, ਉਹਨਾਂ ਉੱਤੇ ਕਾਰਵਾਈ ਕਿਉਂ ਨਹੀਂ ਅੱਜ ਤੱਕ? ਉਸ ਬਲਾਕ ਆਫਿਸਰ ਤੇ, ਉਸ ਰੇਂਜ ਆਫਿਸਰ ਤੇ 5 ਰੇਂਜ ਆਫਿਸਰ ਉਸ ਦਿਨ ਆਏ ਸੀ, ਇੰਨੇ ਬਲਾਕ ਆਫਿਸਰ ਆਏ ਸੀ, 15 ਸਟਾਫ ਦਾ ਉਹਨਾਂ ਆਏ ਸੀ, ਉਹਨਾਂ ਸਾਰੇ 'ਤੇ ਕਾਰਵਾਈ ਪਾਓ। ਜੇ ਤੁਸੀਂ ਕਮੇਟੀ ਪਾਈ ਸੀ, ਤੁਹਾਡਾ ਕੋਈ ਰਿਜ਼ਲਟ ਨਹੀਂ ਦਿੱਤਾ, ਬਲਕਿ ਤੁਸੀਂ ਬਿਲਡਰ ਨਾਲ ਮਿਲ ਕੇ ਉੱਥੇ ਫੈਂਸੀ ਕਰਾਤੀ ਉਹਨਾਂ ਦੀ, ਆਪਦੇ ਪੈਸੇ, ਆਪਦੀ ਮਿਹਨਤ ਕਰਕੇ, ਆਪਦੇ ਬੰਦੇ ਲਾ ਕੇ ਰੁੱਖ ਉਹਨਾਂ ਨੇ ਦਿੱਤੇ ਜੀ, ਫੈਂਸੀ ਵਾਲੇ ਰੁੱਖ, ਉਹ ਸੁੱਕੇ ਪਏ ਨੇ ਸਾਰੇ, ਤੁਹਾਨੂੰ ਮੈਂ ਫੋਟੋ ਦਿੰਦਾ ਸਾਰੀ ਉਹਦੀ। ਕਿਉਂ ਨਹੀਂ ਉਹਨਾਂ ਉੱਤੇ ਕਾਰਵਾਈ ਕੀਤੀ ਜਾਂਦੀ? ਵੈਸੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪ੍ਰੋਵੀਜ਼ਨ ਵੀ ਇੱਕ ਇਹਨਾਂ ਨੂੰ ਵੱਢਣ ਦਾ ਪ੍ਰੋਵੀਜ਼ਨ ਹੁੰਦਾ ਹੈ, ਤੇ ਇਸ ਤਰ੍ਹਾਂ ਬਿਲਡਰ ਨੂੰ ਕਿਉਂ ਕੱਟਣੇ ਪੈ ਜਾਂਦੇ ਰੁੱਖ? ਕੋ ਪ੍ਰੋਵੀਜ਼ਨ ਦੇ ਮੁਤਾਬਿਕ ਵੀ ਕੱਟ ਸਕਦੇ ਨੇ? ਪਰਮਿਸ਼ਨ ਹੈ ਜੀ, ਪਰਮਿਸ਼ਨ ਅਗਰ ਲੈਵੇ, ਪਰਮਿਸ਼ਨ ਦਾ ਪ੍ਰੋਸੈਸ ਥੋੜ੍ਹਾ ਲੰਬਾ ਹੈ। ਮੰਨ ਲਓ ਮੈਂ ਵੀ ਇਹ ਵੀ ਕਹਿੰਦਾ, ਮੈਂ ਜੰਗਲਾਤ ਮਹਿਕਮੇ ਦੇ ਵੀ ਇਹਨਾਂ ਪਹਿਲਾਂ ਅਫਸਰਾਂ ਨੂੰ ਵੀ ਗੱਲ ਕੀਤੀ ਹੈ, ਵੱਡੇ ਅਫਸਰਾਂ ਨੂੰ ਵੀ ਗੱਲ ਕੀਤੀ ਹੈ ਕਿ ਸਰ ਥੋੜ੍ਹਾ ਜਿਹਾ ਫਲੈਕਸੀਬਲ ਕਰ ਦਿਓ, ਉਹਨੂੰ ਸੌਖਾ ਕਰ ਦਿਓ ਉਹਨਾਂ ਵਾਸਤੇ ਵੀ, ਬਿਲਡਰਾਂ ਵਾਸਤੇ, ਤਾਂ ਕਿ ਉਹ ਦੇਣ। ਉਹਨਾਂ ਨੂੰ ਤੁਸੀਂ ਜੁਰਮਾਨੇ ਲਾਓ, ਪਿੱਛੇ ਫੀਸਾਂ 'ਚ ਵੱਧ ਭਰਵਾਓ, ਉਹਦੀ ਥਾਂ 'ਤੇ 10 ਥਾਂ 'ਤੇ ਤੁਸੀਂ 100 ਰੁੱਖ ਲਵਾ ਲਓ ਉਹਨਾਂ ਕੋਲ, ਹੋਰ ਕਿਤੇ ਵਧੀਆ ਥਾਂ 'ਤੇ, ਉਹਦੇ ਅੰਦਰ ਦੱਸੋ ਇੰਨਾ ਦਾ ਰੁੱਖ ਹੋਏਗਾ। ਪਰ ਤੁਸੀਂ ਉਹਨਾਂ ਦੀ ਤਾਂ ਤੁਸੀਂ ਇੰਨਾ ਔਖਾ ਕਰ ਦਿੰਦੇ ਉਹਨਾਂ ਦੇ। ਪਰ ਫਿਰ ਪਰਮਿਸ਼ਨਾਂ ਦੇ ਵਿੱਚ ਜਿਹੜਾ ਪੈਸਾ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਾਣਾ ਹੈ, ਕਿਉਂਕਿ ਉਹ ਉਸ ਦਾ ਕੁਛ ਨਾ ਕੁਛ ਦਾ ਚਾਰਜ ਜਿਹੜਾ ਸਰਕਾਰ ਵੀ ਲੈਂਦੀ ਹੋਊਗੀ, ਤੇ ਫਿਰ ਉਹ ਜਿਵੇਂ ਦੂਜੇ ਲੋਟੇ ਕੱਟਦੇ ਨੇ, ਤੇ ਫਿਰ ਉਸ ਦਾ ਵੀ ਜਿਹੜਾ ਜੁਰਮਾਨਾ ਵਗੈਰਾ ਭਰਿਆ ਜਾਂਦਾ, ਉਹ ਸਾਰਾ ਅਫਸਰਾਂ ਨੇ ਜੇਬਾਂ 'ਚ ਪਾਲਿਆ ਜੀ। ਜੇਕਰ ਤਾਂ ਕਾਰਵਾਈ ਕਰਨ ਤਾਂ ਇਹਨਾਂ ਨੂੰ, ਜਿਵੇਂ 302 ਵਿੱਚ ਜੇਲ੍ਹ ਹੈ, ਕੋਈ ਸਜ਼ਾ ਤੁਹਾਨੂੰ ਪਤਾ 302 ਦੀ ਸਜ਼ਾ ਕਿਹੜੀ ਸਜ਼ਾ ਹੈ? ਰੁੱਖ ਦੀ ਸਜ਼ਾ ਹੋ ਜੀ। ਜੰਗਲਾਤ ਮਹਿਕਮੇ ਦਾ ਆਪਦਾ ਜਿਹੜਾ ਹੈਗਾ, ਅਗਰ ਇਹ ਤਾਂ ਇੰਡੀਅਨ ਕੋਰਟ ਜਾਓਗੇ ਤਾਂ ਇਹਨਾਂ ਨੂੰ ਜ਼ਮਾਨਤਾਂ ਵੀ ਨੇ, ਲੇਕਿਨ ਜੇਕਰ ਜੰਗਲਾਤ ਮਹਿਕਮੇ ਦੇ ਜਿਹੜਾ ਇਹਨਾਂ ਦਾ ਆਪਦਾ ਕੋਰਟ ਕਾਨੂੰਨ ਹੈ, ਉਹਦੇ ਅੰਦਰ ਅਗਰ ਇਹਨਾਂ ਦੇ ਐਫਏ ਦਰਜ ਹੁੰਦੀ ਹੈ ਤਾਂ ਨੋਨ ਬੇਲੇਬਲ ਹੈ, ਨੋਨ ਬੇਲੇਬਲ ਵਾਰੰਟ ਹੋਣਗੇ, ਨੋਨ ਬੇਲੇਬਲ ਉਹਨਾਂ ਨੂੰ ਕੋਈ ਬੇਲ ਨਹੀਂ ਮਿਲ ਸਕਦੀ। ਪਲੱਸ ਉਹਨਾਂ ਨੂੰ ਇੰਨਾ ਜੁਰਮਾਨਾ ਲੱਗੇਗਾ ਰੁੱਖ ਕੱਟਣ, ਇੱਕ ਰੁੱਖ ਕੱਟਣ ਦਾ। ਸਰਕਾਰ ਨੂੰ ਕਿੰਨਾ ਹੁਣ, ਨਾ ਸਰਕਾਰ ਨੂੰ ਫੀਸ ਮਿਲ ਰਹੀ ਹੈ, ਨਾ ਸਰਕਾਰ ਨੂੰ ਜੁਰਮਾਨਾ ਮਿਲ ਰਿਹਾ। ਉਹ ਚੁੱਪ ਕਰਕੇ ਇੱਕ ਬਿਲਡਰ ਕੱਟਦਾ, ਕਹਿੰਦਾ ਉਹਦਾ ਕੁਛ ਨਹੀਂ ਹੋਇਆ, ਉਹਨੇ ਢੰਗ ਦੱਸਦਾ ਵੀ ਯਾਰ ਇੰਨਾ ਕੁ ਰੁਪਈਆ ਜੇਬ 'ਚ ਪਾ ਦੀ ਤੇ ਰੁੱਖ ਕੱਟ ਲਈ, ਕੋਈ ਫਰਕ ਨਹੀਂ ਪੈਂਦਾ, ਕੋਈ ਕੇਸ ਨਹੀਂ, ਕੁਛ ਬਣੇਗਾ। ਜਦੋਂ ਇੱਕ ਤੇ ਕੇਸ ਨਹੀਂ ਪਿਆ, 2 ਤੇ 3 ਤੇ ਪੂਰਾ ਉਲਟਮ ਵਾਲਾ ਰੋਡ ਗੰਜਾ ਕਰਤਾ ਜੀ। ਦੇਖੋ ਜਾ ਕੇ, ਕੋਈ ਵੀ ਰੁੱਖ 30 ਸਾਲ ਤੋਂ 35 ਸਾਲ ਤੋਂ ਪੁਰਾਣਾ ਰੁੱਖ ਨਹੀਂ ਹੈਗਾ ਜਿਹੜਾ ਸਾਰਾ ਕੱਟਤਾ ਜੀ। ਬਹਾਨੇ ਇਹਨਾਂ ਦੇ ਬੜੇ ਵਧੀਆ ਨੇ, ਇਹ ਤਾਂ ਸੁੱਕ ਗਿਆ ਜੀ, ਥੱਲੇ ਪਾਣੀ ਸੀ ਪਹਿਲਾਂ, ਹੁਣ ਪਾਣੀ ਨਹੀਂ ਹੈਗਾ। ਕਿ 20 ਫੁੱਟ ਤੇ ਪਾਣੀ ਨਹੀਂ ਹੈਗਾ? ਜੇਕਰ ਇੱਕ ਪੂਰਾ 2 ਕਿਲੋਮੀਟਰ ਦੇ ਸਾਰੇ ਗ੍ਰੀਨਰੀ ਹੈ, ਬਹੁਤ ਵਧੀਆ 3-3 ਦੀ ਲਾਈਨ 'ਚ ਰੁੱਖ ਨੇ, ਇੱਕ ਥਾਂ 'ਤੇ ਆ ਕੇ ਜਿੱਥੇ ਬਿਲਡਰ ਹੈ ਉੱਥੇ ਪਾਣੀ ਸੁੱਕ ਗਿਆ, ਉਹ ਅੱਗੇ ਫਿਰ ਸ਼ੁਰੂ ਹੋ ਗਿਆ ਪਾਣੀ। ਮਤਲਬ ਬੇਵਕੂਫ ਕਿਹੜੀਆਂ ਕਿ ਗੱਲਾਂ ਬਣਾਉਂਦੇ ਨੇ, ਬੇਵਕੂਫ ਬਣਾਉਂਦੇ ਨੇ ਸਾਨੂੰ। ਤਾਂ ਗ੍ਰੀਨਰੀ ਹੈ, ਤੁਸੀਂ ਗ੍ਰੀਨਰੀ ਚਾਹੇ ਉਹ ਕਮਰਸ਼ੀਅਲ ਹੈ ਪ੍ਰੋਜੈਕਟ, ਚਾਹੇ ਰੈਜ਼ੀਡੈਂਸ਼ੀਅਲ ਹੈ, ਉਹਦੇ ਅੰਦਰ ਪੂਰੀ ਗ੍ਰੀਨਰੀ ਹੋਣੀ ਚਾਹੀਦੀ ਨਾ। ਤਾਂ ਗ੍ਰੀਨਰੀ ਹੈਗੀ ਹੈ, ਤੁਸੀਂ ਇਹਨਾਂ ਨੂੰ ਉਹ ਨੋਰਮਸ ਦੱਸੋ ਵੀ ਆਹ ਵਾਲੇ ਨੋਰਮਸ ਨੇ, ਤੁਸੀਂ ਐਵੇਂ ਅਸੀਂ ਕੱਟ ਦਿੰਦੇ, ਖੁਦ ਡਿਪਾਰਟਮੈਂਟ ਕੱਟੇ। ਇੱਕ ਰੁੱਖ ਇਹਦੇ 'ਚ ਕਿੰਨਾ ਇਨਵੋਲਵਮੈਂਟ ਹੈ? 70-80 ਹਜ਼ਾਰ ਤੋਂ ਉੱਪਰ ਲੱਖ ਰੁਪਏ ਦਾ ਇੱਕ ਰੁੱਖ ਵਿਕਦਾ, ਉਹ ਖੁਰਦ-ਬੁਰਦ ਕੀਤਾ ਜਾਂਦਾ। ਕੁਛ ਖੁਰਦ-ਬੁਰਦ ਕਰਤੇ ਉਹ ਵਾਲੇ, ਕੁਛ ਸੁਕਾ ਦਿੱਤੇ ਗਏ, ਉਹ ਵੀ ਲੱਖ ਰੁਪਏ ਦਾ ਨੁਕਸਾਨ। ਪਲੱਸ ਜਿਹੜਾ ਇਹਨੂੰ ਕੱਟਣ ਦੇ ਜੁਰਮਾਨੇ ਲੱਗਣੇ, ਜਿਹੜੀਆਂ ਫੀਸਾਂ ਭਰਨੀਆਂ ਸੀ, ਉਹ ਸਾਰਾ ਕੁਝ ਖਤਮ ਕਰਤਾ। ਉਹ ਸਾਰੇ ਇੱਥੋਂ ਦੇ ਅਫਸਰਾਂ ਦੀ ਜੇਬਾਂ 'ਚ ਜਾਂਦੇ ਨੇ ਜੀ। ਲੋਕਲ ਅਫਸਰ ਜਿਹੜੇ ਨੇ ਉਹ ਖਾਂਦੇ ਨੇ। ਜਦੋਂ ਵੱਡੇ ਅਫਸਰ ਨੂੰ ਕਹਿੰਦੇ ਆ ਉਹ ਇਨਕੁਆਰੀ ਮਾਰਕ ਕਰਾਂਗੇ, ਜਿੰਨੇ ਨੂੰ ਇਨਕੁਆਰੀ ਮਾਰਕ ਕਰਨ ਲੱਗਦੇ ਨੇ, ਉੱਧਰੋਂ ਬਿਲਡਰ ਦਾ ਫੋਨ ਚਲਾ ਜਾਂਦਾ, ਬਿਲਡਰ ਮੰਤਰੀ ਨੂੰ ਕਰ ਦਿੰਦਾ, ਮੰਤਰੀ ਅੱਗੇ ਝਾੜ ਦਿੰਦਾ, ਅਫਸਰ ਸਾਰੇ ਬਹਿ ਜਾਂਦੇ ਚੁੱਪ ਕਰਕੇ। ਸੁਖਦੇਵ ਜੀ, ਇਸ ਤੋਂ ਪਹਿਲਾਂ ਤੁਸੀਂ NGT ਦੀ ਵੀ ਗੱਲ ਕਰ ਰਹੇ ਸੀ, ਤੁਸੀਂ ਉਹਨਾਂ ਨੂੰ ਮੇਲਾਂ ਵੀ ਕੀਤੀਆਂ, ਉਹਨਾਂ ਤੱਕ ਪਹੁੰਚ ਕੀਤੀ ਹੈ। ਹਾਲਾਂਕਿ NGT ਬੜੀ ਸਖਤ ਹੈ, ਪਰਿਆਵਰਨ ਨੂੰ ਲੈ ਕੇ ਬੜੀ ਗੰਭੀਰ ਹੈ, ਅਤੇ ਕੰਮ ਵੀ ਬੜਾ ਕਰ ਰਹੀ ਹੈ। ਅਤੇ ਜਦੋਂ ਤੁਸੀਂ ਮੇਲ ਵਗੈਰਾ ਉਹਨਾਂ ਤੱਕ ਕੀਤੀ ਹੈ, ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਕੀ ਰਿਸਪੌਂਸ ਮਿਲਿਆ? ਮੈਂ ਫੋਨ 'ਤੇ ਵੀ ਗੱਲ ਕੀਤੀ ਹੈ, ਮੈਂ ਉਹਨਾਂ ਦੇ ਇੱਕ ਚੇਅਰਮੈਨ ਨੇ, ਮੈਂਬਰ ਨੇ, ਉਹਨਾਂ ਨਾਲ ਗੱਲ ਵੀ ਕੀਤੀ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਮੈਂ ਚੈੱਕ ਕਰਵਾਉਣਾ ਮੇਲ, ਲੇਕਿਨ ਕੀ ਸਾਡੇ ਕੋਲ ਇੰਨੀ ਜ਼ਿਆਦਾ ਆ ਰਹੀ ਹੈ। ਮੈਂ ਇਹ ਤੁਹਾਨੂੰ ਨਾਲ ਵੀ ਗੱਲ ਦੱਸਣਾ ਚਾਹੁੰਦਾ ਕਿ ਕਿੰਨੀਆਂ ਕੰਪਲੇਂਟ ਆ ਰਹੀਆਂ ਨੇ ਵਾਲੀਆਂ। ਕਹਿੰਦੇ ਕਿ ਇੰਨੀ ਜ਼ਿਆਦਾ ਕੰਪਲੇਂਟ ਆ ਰਹੀ ਹੈ, ਔਰ ਉਹਨਾਂ ਨੇ ਇਹ ਵੀ ਬੜੀ ਵਧੀਆ ਗੱਲ ਦੱਸੀ ਕਿ
ਕੰਪਲੇਂਟ ਇੰਡੀਆ 'ਚ ਤਾਂ ਹਰ ਥਾਂ 'ਤੇ ਆ ਰਹੀ ਹੈ, ਪਰ ਜਿਹੜੀ ਪੰਜਾਬ 'ਚੋਂ ਆ ਰਹੀ ਨਾ ਕੰਪਲੇਂਟ, ਕਹਿੰਦਾ ਦੁੱਖ ਬਹੁਤ ਹੁੰਦਾ ਉਸ ਗੱਲ ਦਾ ਕਿ ਪੰਜਾਬ ਤੋਂ ਇੰਨੀ ਕੰਪਲੇਂਟ ਆ ਰਹੀ ਹੈ ਕਿ ਰੁੱਖਾਂ ਦੀ, ਅਸੀਂ ਕਿਸਾਨ ਲੋਕ ਹਾਂ, ਸਾਨੂੰ ਤਾਂ ਸਾਰਾ ਪਤਾ ਹੋਣਾ ਚਾਹੀਦਾ। ਪਿੰਡਾਂ ਦੇ ਵਿੱਚ, ਖੇਤਾਂ ਦੇ ਵਿੱਚ ਵੀ ਕੱਟੇ ਜਾ ਰਹੇ ਨੇ ਰੁੱਖ। ਤਾਂ ਜਿੱਥੇ ਤੁਸੀਂ ਗੱਲ ਕੀਤੀ ਹੈ ਵੀ ਪਤਾ ਲੈ ਕੇ ਘਰ ਦੀ ਆ ਰਹੀ ਰੋਟੀ ਖਾਣ ਲਈ ਕਹਿੰਦੇ ਨੇ ਰੁੱਖ ਦੀ ਛਾਂ ਚਲੀਏ, ਤੇ ਨਾ ਰੁੱਖ ਕੱਟੀ ਜਾਂਦੇ ਆ। ਔਰ ਇੱਕ ਪਿੱਛੇ ਜੇ ਮੈਂ ਕਦੀ ਫੇਸਬੁੱਕ 'ਤੇ ਵੀ ਪਾਇਆ ਸੀਗਾ ਕਿ ਇਹਨਾਂ ਰੁੱਖਾਂ ਤੋਂ ਕਾਗਜ਼ ਬੰਦੇ ਨੇ, ਫਿਰ ਕਾਗਜ਼ ਦੇ ਉੱਪਰ ਅਸੀਂ ਲਿਖਦੇ ਹਾਂ ਕਿ ਵ੍ਰਿਕਸ਼ ਮਤ ਕਾਟੋ, ਰੁੱਖ ਨਾ ਕੱਟੋ, ਔਰ ਕਾਗਜ਼ ਹੀ ਰੁੱਖਾਂ ਨਾਲ ਬਣਿਆ ਹੈ, ਉਸ ਦੇ ਉੱਤੇ ਕਾਗਜ਼ ਫਿਰ ਲਿਖ ਰਿਹਾ ਰੁੱਖ ਨਾ ਕੱਟੋ, ਫਿਰ ਰੁੱਖ ਕੱਟਦੇ ਹਾਂ ਅਸੀਂ। ਫਿਰ ਅਸੀਂ ਇੱਕ ਸਮਾਂ ਅਸੀਂ ਕਹਿੰਦੇ ਸੀ ਕਿ ਦਿੱਲੀ ਦੇ ਵਿੱਚ ਪੋਲਿਊਸ਼ਨ ਬਹੁਤ ਹੈ, ਤੇ ਲੱਗਦਾ ਹੁਣ ਜ਼ੀਰਕਪੁਰ ਸ਼ਹਿਰ ਨੇ ਵੀ ਜਿਹੜਾ ਮਿਨੀ ਦਿੱਲੀ ਦਾ ਰੂਪ ਧਾਰਨ ਕਰ ਲਿਆ। ਬਿਲਕੁਲ ਜੀ, ਦੇਖੋ ਤੁਸੀਂ ਜਾ ਕੇ ਆਪ ਹੀ ਤੁਸੀਂ ਤਾਂ ਦੇਖੋ ਭੁਗਤ ਹਰ ਚੀਜ਼ ਦੇ ਵਾਸਤੇ। ਮੈਂ ਚਲੋ ਇਹ ਤਾਂ ਅੱਜ ਤਾਂ ਮੁੱਦਾ ਸਿਰਫ ਗ੍ਰੀਨਰੀ ਵਾਲਾ, ਆਪਾਂ ਗ੍ਰੀਨਰੀ ਦੀ ਗੱਲ ਹੀ ਕਰੀਏ ਤਾਂ ਤੁਸੀਂ ਤੁਰੇ ਜਾਓ, ਤੁਹਾਨੂੰ ਰੁੱਖ ਹੀ ਨਹੀਂ, ਜਦੋਂ ਤੱਕ ਤੁਸੀਂ ਸ਼ਹਿਰ ਤੋਂ ਬਾਹਰ ਨਿਕਲਦੇ ਤੁਹਾਨੂੰ ਰੁੱਖ ਨਜ਼ਰ ਆਉਣਗੇ ਤਾਂ ਸਭ ਖਤਮ ਕਰਤੇ ਜੀ ਰੁੱਖ ਹੀ। ਤੁਸੀਂ ਇਲਾਕੇ ਦੇ ਅੰਦਰ ਜਾਓ, ਢਕੋਲੀ ਏਰੀਏ 'ਚ ਵੜ ਜਾਓ, ਤੁਹਾਨੂੰ ਰੁੱਖ ਹੀ ਨਹੀਂ ਲੱਭਣਾ ਅੰਦਰ। ਐਡੀਆਂ ਸੁਸਾਇਟੀਆਂ ਸਾਰੇ ਰੁੱਖ ਕੱਟਤੇ, ਸੜਕਾਂ ਸੀਗੀਆਂ 84 ਫੁੱਟ 100 ਫੁੱਟ 'ਚ, ਉਹ 60 ਕਰਤੀਆਂ, ਰੁੱਖ ਕਿੱਥੇ ਲੱਗਣਗੇ? ਮਤਲਬ ਲਗਾਏ ਜਾ ਸਕਦੇ ਨਾ, ਕਮੇਟੀ ਉਪਰਾਲਾ ਕਰੇ। ਕਈ ਵਾਰ ਅਸੀਂ ਜਾਂਦੇ ਹਾਂ, ਕਈ ਵਾਰ ਕੋਈ ਖਬਰ ਕਰਨ ਵੀ ਜਾਂਦੇ ਹਾਂ, ਤੇ ਉੱਥੇ ਦੇਖਦੇ ਹਾਂ ਕਿ ਜੇ ਉੱਥੇ ਲੋਕ ਦਰਖਤ ਲਾਉਣ ਤਾਂ ਗੱਡੀਆਂ ਖੜਾਉਣ ਦੀ ਜਗ੍ਹਾ ਨਹੀਂ ਹੁੰਦੀ, ਤੇ ਗੱਡੀਆਂ ਜਿਹੜੀਆਂ ਉਹ ਭੱਖ ਜਾਂਦੀਆਂ, ਗਰਮ ਹੋ ਜਾਂਦੀਆਂ, ਕਿਉਂਕਿ ਛਾਂ ਹੁੰਦੀ ਨਹੀਂ, ਧੁੱਪ ਪੈਂਦੀ ਹੈ। ਬਿਲਕੁਲ ਜੀ, ਇੱਕ ਰੁੱਖ ਵੀ ਨਿੱਕਾ ਜਿਹਾ ਹੋਵੇ ਨਾ, ਛੋਟਾ ਜਿਹਾ ਰੁੱਖ, ਤੁਹਾਨੂੰ ਉਹਦੇ ਥੱਲੇ ਮੋਟਰਸਾਈਕਲ, ਗੱਡੀਆਂ, ਸਕੂਟਰ ਸਾਰੇ ਖੜੇ ਮਿਲਣਗੇ, ਇੱਕ ਬੰਦਾ ਸਾਰੇ, ਤੇ ਉਹ ਰੁੱਖ ਦੀ ਭਾਲ ਤਾਂ ਕਰਦੇ ਨੇ। ਰੁੱਖ ਤਾਂ ਹੈ ਹੀ ਨਹੀਂ ਕਿਸੇ ਪਾਸੇ ਵੀ ਹੈ ਨਹੀਂ। ਸੁਸਾਇਟੀਆਂ ਖਾਸ ਤੌਰ 'ਤੇ ਜਿੱਥੇ ਜਿੱਥੇ ਸੁਸਾਇਟੀਆਂ ਨੇ, ਉਹ ਸੁਸਾਇਟੀਆਂ ਦੇ ਬਾਹਰ ਤਾਂ ਇੱਕ ਵੀ ਤਾਂ ਰੁੱਖ ਹੀ ਨਹੀਂ ਮਿਲੇਗਾ। ਤਾਂ ਸੁਖਦੇਵ ਜੀ, ਆਖਰੀ ਸਵਾਲ ਹੈ, ਹੁਣ ਤੁਸੀਂ ਲੱਗੇ ਹੋਏ ਹੋ ਦਰਖਤਾਂ ਨੂੰ ਬਚਾਉਣ ਲਈ, ਹੈ ਨਾ, ਕਾਰਵਾਈਆਂ ਵੀ ਜਿਹੜੀਆਂ ਕੋਸ਼ਿਸ਼ ਕਰ ਰਹੇ ਹੋ ਕਿ ਹੋਣ ਜਿਹੜੇ ਦੋਸ਼ੀ ਲੋਕ ਨੇ, ਤੇ ਆਖਰੀ 'ਚ ਹੁਣ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਤੋਂ ਜਾਂ ਉੱਚ ਹਾਇਰ ਅਥਾਰਟੀਆਂ ਤੋਂ, ਕੀ ਮੰਗ ਕਰਨਾ ਚਾਹੋ? ਮੈਂ ਉਹਨਾਂ ਨੂੰ ਇੱਕ ਨੈਤਿਕਤਾ ਪਾਠ ਪੜ੍ਹਾਉਣਾ ਚਾਹੁੰਦਾ। ਜਦੋਂ ਤੋਂ ਦੇਖੋ ਹਵਸ ਤਾਂ ਕਿਤੇ ਵੀ ਖਤਮ ਨਹੀਂ ਹੁੰਦੀ, ਪੈਸੇ ਕਰਕੇ ਹੀ ਹੈ ਸਭ ਕੁਝ, ਹੋਰ ਕੁਝ ਨਹੀਂ ਹੈ। ਜਿਹੜੇ ਵੀ ਵੱਡੇ ਵੱਡੇ ਅਫਸਰ ਨੇ, ਕੋਈ ਇਹਨਾਂ ਦੀਆਂ ਨੌਕਰੀਆਂ ਖੋਹਣ ਵਾਲੇ ਨਹੀਂ ਹੈਗੇ ਅਫਸਰ, ਮੰਤਰੀਆਂ ਨੇ ਕਦੀ ਸਾਈਨ ਨਹੀਂ ਕੀਤੇ, ਤੇ ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਆਪਦੇ ਬੱਚੇ ਸਮਝ ਕੇ, ਜੰਗਲਾਤ ਮਹਿਕਮੇ ਨੂੰ, ਗਮਾਡਾ ਨੂੰ, ਕਮੇਟੀ ਦੇ ਅਧਿਕਾਰੀਆਂ ਨੂੰ ਮੈਂ ਬੇਨਤੀ ਕਰਨਾ ਕਿ ਤੁਸੀਂ ਇਹਨਾਂ ਨੂੰ ਆਪਦੇ ਬੱਚੇ, ਕੋਈ ਭੈਣ ਭਰਾ ਸਮਝ ਕੇ ਇਹਨਾਂ ਨੂੰ ਬਚਾਓ, ਇਹਨਾਂ ਦੀ ਰੱਖਿਆ ਕਰੋ, ਇਹਨਾਂ ਨੂੰ ਵਧਣ ਦਿਓ, ਫੁੱਲਣ ਦਿਓ, ਇਹਨਾਂ ਨੂੰ ਖੇਡਣ ਦਿਓ, ਹੱਸਣ ਦਿਓ। ਤੇ ਜੇ ਫਿਰ ਵੀ ਮੈਂ ਤੁਹਾਨੂੰ ਸਭ ਨੂੰ ਉਹ ਕਵਿਤਾ ਵੀ ਭੇਜੀ ਹੋਈ ਹੈ, ਮੇਰੀ ਬੇਟੀ ਨੇ ਬੰਬੇ ਤੋਂ ਰਿਕਾਰਡ ਕਰਕੇ ਕਵਿਤਾ ਭੇਜੀ ਸੀ ਉਹ ਵਾਲੀ, ਉਹ ਮੈਂ ਨਾ ਸਾਰੇ ਮਹਿਕਮੇ ਵਾਲਿਆਂ ਨੂੰ ਭੇਜੀ ਹੈ ਵੀ ਉਹਨੂੰ ਸੁਣ ਲਿਆ ਰਾਤੀ, ਸ਼ਾਇਦ ਤੁਹਾਨੂੰ ਦਰਦ ਆ ਜੇ, ਕੋਈ ਰੁੱਖ ਨੂੰ ਵੇਖ ਕੇ ਤੁਹਾਨੂੰ ਫੀਲ ਹੋਵੇ ਕਿ ਇਹ ਨਹੀਂ ਮੇਰੇ ਬੱਚਿਆਂ ਵਰਗੇ ਨੇ, ਮੇਰੇ ਭੈਣਾਂ ਵਰਗੇ ਨੇ। ਇਹੀ ਇਹਨਾਂ ਨੂੰ ਮੈਂ ਰਿਕੁਐਸਟ ਕਰਨਾ ਚਾਹੁੰਦਾ ਵੀ ਇਹਨਾਂ ਨੂੰ ਬਚਾਓ, ਰੁੱਖਾਂ ਨੂੰ ਇਸ ਕਰਕੇ ਬਚਾ ਲਓ, ਇਮੋਸ਼ਨਲੀ ਬਚਾ ਲਓ। ਤਾਂ ਬਿਲਕੁਲ ਜੀ, ਇਹ ਸੀ ਸੁਖਦੇਵ ਚੌਧਰੀ, ਜਿਨ੍ਹਾਂ ਦਾ ਸਾਫ਼ ਤੌਰ 'ਤੇ ਕਹਿਣਾ ਇਹ ਹੈ ਕਿ ਪਰਿਆਵਰਣ ਲਈ ਰੁੱਖਾਂ ਦਾ ਹੋਣਾ ਕਿੰਨਾ ਕੁ ਜ਼ਰੂਰੀ ਹੈ, ਤੇ ਇੱਥੋਂ ਤੱਕ ਜਿਹੜੇ ਜੰਗਲਾਤ ਮਹਿਕਮੇ ਦੇ ਤੇ ਹੋਰ ਅਧਿਕਾਰੀ ਨੇ ਉਹਨਾਂ 'ਤੇ ਵੀ ਵੱਡੇ ਦੋਸ਼ ਲਾਏ ਨੇ। ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਵੀ ਪਹੁੰਚ ਕਰਾਂਗੇ, ਤੇ ਉਹਨਾਂ ਤੋਂ ਵੀ ਪੁੱਛਾਂਗੇ ਕਿ ਜਿੱਥੇ ਸੜਕਾਂ 'ਤੇ ਰੁੱਖੇ ਰੁੱਖ ਹੁੰਦੇ ਸੀ, ਅੱਜ ਰੁੱਖ ਨਾ ਹੋਣ ਦਾ ਕਾਰਨ ਕੀ ਹੈ। ਸਵੇਰੇ ਰੁੱਖ ਦੇਖਦੇ ਹਾਂ ਤਾਂ ਅਗਲੀ ਸਵੇਰ ਉੱਥੇ ਰੁੱਖ ਨਹੀਂ ਹੁੰਦਾ। ਆਖਿਰਕਾਰ ਇਹ ਰੁੱਖ ਜਾਂਦੇ ਕਿੱਥੇ ਨੇ, ਤੇ ਰੁੱਖਾਂ ਦੇ ਸੁੱਕਣ ਦਾ ਕਾਰਨ ਕੀ ਹੈ। ਸੋ ਕੋਸ਼ਿਸ਼ ਕਰਾਂਗੇ ਅਧਿਕਾਰੀਆਂ ਤੱਕ ਪਹੁੰਚ ਕਰੀਏ ਤੇ ਇਸ ਦੀ ਵੀ ਜਾਣਕਾਰੀ ਉਹਨਾਂ ਤੋਂ ਲਈਏ। ਸੋ ਕੈਮਰਾ ਪਰਸਨ ਆਸ਼ੂ ਦੇ ਨਾਲ ਦੇਵ ਸ਼ਰਮਾ, ਤਾਜ਼ਾ ਖਬਰ 24।